great Rafaqat Ali Khan Saab. If you haven't heard the name, you should have heard the name. He's a great playback singer for Bollywood, and not only that, he is related. He comes under the banner of, when you mention such great names as Salamat Ali Khan Saab or Nazakat Ali Khan Saab, when you mention all the Khan Saabs in the world, he is one of those Khans. So can I just say a big warm welcome, sir. Thank you very much. जी आया नो इस प्रोग्राम ਵਿੱਚ ਜਿਸ ਦਾ ਨਾਮ ਹੈ UK ਭੰਗੜਾ ਕਲਚਰ ਪਰ ਤੁਹਾਡਾ ਭੰਗੜੇ ਦੇ ਨਾਲ ਬੇਬੀ represent Bhangra area. I love to be able to represent Bhangra. जी part of a great music. Bhangra industry is a big industry. जी जी So it's a pride for me to be represent Bhangra as well. जी और रफाकत अली खान साहब जी ਆਏ ਨੇ ਪੰਜਾਬ ਦੇ ਵਿੱਚ ਕਹਿੰਦੇ ਕਿ ਕੀੜੀ ਦੇ ਘਰ ਨਰਾਇਣ ਆਏ ਸੋ ਸੰਗੀਤ ਦੇ ਵਿੱਚ ਤੁਸੀਂ ਸੱਚਮੁੱਚ ਸਾਡੇ ਵਾਸਤੇ ਨਰਾਇਣ ਹੋ ਸੋ ਪਹਿਲਾਂ ਮੈਂ ਕਰਦੇ ਹਾਂ ਗੁਸਤਾਖੀ ਮਾਫ ਅਗਰ ਮੈਂ ਤੁਹਾਡੀ ਪੂਰੀ ਇੱਜ਼ਤ ਨਾ ਕਰ ਸਕੇ ਜਿੰਨੀ ਜਿਹੜੀ ਇੱਜ਼ਤ ਦੇ ਤੁਸੀਂ ਲਾਇਕ ਹੋ ਪਰ ਸਾਨੂੰ ਦੱਸੋ ਕਿ ਤੁਹਾਡਾ obviously मैं सलामत अली खान साहब जी उन्होंने नाम लिया नज़ाकत अली खान साहब जी हुने मैं ठीक है कि वो ਤੁਹਾਡੇ वालिद साहब सन जी जी बिल्कुल मेरे वालिद नज़ाकत अली साहब सन जी और चचा मेरे सलामत अली खान साहब मैं जी बिलोंग टू वेल नोन क्लासिकल घराना जी शाम 84 और since it's serving the classical music since court of Akbar the last 500 years back अकबर बादशाह ਦੇ ਦੌਰ ਤੋਂ ਮੀਆਂ ਚਾਂਦ ਖਾਨ ਸੂਰਜ ਖਾਨ ਤੋਂ क्या स्टार्ट हुआ मैं डराना नहीं चाहता आई डोंट वांट नहीं डराओ सानू क्योंकि सानू डराओ नहीं एक्चुअली सानू इनलाइटन करो क्योंकि साडा भी दिमाग थोड़े जे खुले कि संगीत में भी दो तीन सुरां दे विच नहीं संगीत एक बहुत बड़ी जिन कहंदे ने एक सागर है जी जी एक ओशन है और ਉਹਦੇ ਵਿੱਚ ਜਿਸ ਤਰ੍ਹਾਂ ਸਬਜੈਕਟ ਹੁੰਦੇ ਨੇ ਤੁਸੀਂ ਬਾਇਓਲੋਜੀ ਪੜ੍ਹਦੇ ਹੋ ਕੈਮਿਸਟਰੀ ਪੜ੍ਹਦੇ ਹੋ ਤੁਸੀਂ ਸਾਰਾ ਕੁਝ ਪੜ੍ਹਦੇ ਹੋ ਐਸਾ ਸੰਗੀਤ ਚ ਗਜ਼ਲ ਹੈ ਕਲਾਸਿਕਲ ਹੈ ਉਹਦੇ ਆਪਣੇ ਰੰਗ ਨੇ ਅੱਛਾ ਸੰਗੀਤ ਕੀ ਹੈ ਜੋ ਕਿ ਜੀ ਮੇਰੇ ਵਾਸਤੇ ਤੁਸੀਂ ਕਿਸੇ ਤੇ ਇੰਪੋਜ਼ ਨਹੀਂ ਕਰ ਸਕਦੇ ਸੰਗੀਤ ਇਸ ਤਰ੍ਹਾਂ ਜਿਵੇਂ ਤੁਹਾਨੂੰ ਰੋਟੀ ਚੰਗੀ ਲੱਗਦੀ ਹੈ ਲਾਈਕ ਫੂਡ ਵਿਚ ਯੂ ਲਾਈਕ ਇਟ ਉਹ ਤੁਹਾਨੂੰ ਚੰਗਾ ਲੱਗਦਾ ਦੂਸਰੇ ਨੂੰ ਚੰਗਾ ਨਹੀਂ ਲੱਗਦਾ ਪੀਪਲ ਡੋਨਟ ਲਾਈਕ ਠੰਡਾ ਪਾਣੀ sometimes people don't like the chawal and everything ਤੇ ਇਸੇ ਤਰ੍ਹਾਂ ਮਿਊਜ਼ਿਕ ਵੀ ਹੈ ਮਿਊਜ਼ਿਕ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਮਿਲਿਆ ਜਿੱਥੇ ਅਸੀਂ brought up ਹੋਏ ਰੇਜ਼ ਹੋਏ ਸੀ ਸੰਤਾਨਾ ਪਲਟੇ ਕਾਂਡ ਕਲਾਸਿਕਲ ਮਿਊਜ਼ਿਕ ਵਿੱਚ ਸੁਣਿਆ ਤੇ ਅਸੀਂ ਉਹਦੇ ਵਿੱਚ ਹੀ ਆਪਣੇ ਆਪ ਨੂੰ ਗਰੂਮ ਕੀਤਾ ਉਹਦੇ ਚ ਵੱਡੇ ਤੇ ਉਹਨੇ ਠੀਕ ਸਮਝਿਆ ਤੇ ਇੱਕ ਬੰਦਾ ਭੰਗੜੇ ਚ ਪੈਦਾ ਹੋਇਆ ਪੰਜਾਬੀ ਸ਼ਾਇਰੀ ਚ ਪੈਦਾ ਹੀ ਇਜ਼ ਰਾਈਟ ਹੀ ਇਜ਼ ਨਾਟ ਰੋਂਗ ਲੇਕਿਨ ਇੱਕ ਉਹਦੀ ਐਜੂਕੇਸ਼ਨ ਦੀ ਹੈ ਮਿਊਜ਼ਿਕ ਇਜ਼ ਦ ਫਰਸਟ ਐਂਟਰਟੇਨਮੈਂਟ ਐਂਡ ਦੈਨ ਇਜ਼ ਅ ਸੀਰੀਅਸ ਕਨਵਰਸੇਸ਼ਨ ਤੇ ਜੇ ਭੰਗੜੇ ਵਾਲਾ ਕਹਿੰਦਾ ਮੈਂ ਸਿੱਖਣਾ ਤੇ ਵਾਈ ਨਾਟ ਹੋਰ ਵੱਡਾ ਗਾਣਾ ਹੋ ਜਾਏਗਾ ਹੋਰ ਵੱਡੇ ਲੈਵਲ ਦੇ ਨਾਲ ਗਾਏਗਾ ਤੇ ਉਹਦੇ ਚ ਤੁਸੀਂ ਦੇਖ ਲਓ ਜਦੋਂ ਕਲਾਸਿਕਲ ਸਿੰਗਰ ਦੀ ਵਾਰੀ ਆਉਂਦੀ ਹੈ ਫਿਰ ਨੁਸਰਤ ਫਤਿਹ ਤੇ ਰਾਹ ਬਦਲੀ ਅੱਗੇ ਕੋਈ ਖੜਾ ਨਹੀਂ ਕੀ ਬਾਤ ਹੈ ਤਾਂ ਕਿ ਜਿਹੜੀ ਡਬਲ ਗਨ ਫੁੱਲੀ ਲੋਡਡ ਹੁੰਦੀ ਹੈ ਫੁੱਲੀ ਲੋਡਡ ਹੁੰਦੀ ਸਰ ਆਬਵੀਅਸਲੀ ਨਜ਼ਾਕਤ ਅਲੀ ਖਾਨ ਸਾਹਿਬ ਤੁਹਾਡੇ ਵਾਲਿਦ ਸਾਹਿਬ ਥੋੜਾ ਬਾਰੇ ਉਹਨਾਂ ਬਾਰੇ ਥੋੜੇ ਜੀ ਤੁਸੀਂ ਸਾਡੇ ਤੇ ਚਾਨਣ ਪਾ ਕੇ ਕਿਹੋ ਜਿਹੇ ਇਨਸਾਨ ਸਨ ਔਰ ਸਲਾਮਤ ਅਲੀ ਖਾਨ ਸਾਹਿਬ ਕਿਹੋ ਜਿਹੇ ਇਨਸਾਨ ਸਨ ਔਰ ਜਾਨ ਕਿ ਉਹਨਾਂ ਦੀ ਛਾਇਆ ਥੱਲੇ ਤੁਹਾਨੂੰ ਕੀ ਕੁਝ ਮਿਲਿਆ ਔਰ ਮੈਂ ਵੀ ਸਾਡੇ ਵਰਗੇ ਨੂੰ ਥੋੜੇ ਜਿਹਾ ਮੈਂ ਪਿਛਲੇ ਸ਼ੋਅ ਦੇ ਵਿੱਚ ਪਿਛੋਕੜ ਮੁੜ ਕੇ ਦੇਖਣਾ ਚਾਹੀਦਾ ਵੀ ਅਸੀਂ ਕਿੱਥੋਂ ਆ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਅਸਲ ਚ ਕਰਾਨਾ ਸੀ ਜਦੋਂ ਬਿਫੋਰ ਦ ਪਾਰਟੀਸ਼ਨ ਪਾਕਿਸਤਾਨ 47 ਬਣਨ ਤੋਂ ਪਹਿਲੇ ਤੇ ਵੀ ਲਿਵਸ ਇਨ ਲੁਧਿਆਣਾ ਰਹਿੰਦੇ ਸੀ ਜੀ ਉਹਦੇ ਨਾਲ ਇੱਕ ਪਿੰਡ ਹੈਗਾ ਕਠਾਰ ਇੱਕ ਛੋਟੇ ਜਿਹੇ ਟਾਊਨ ਦੇ ਨਾਲ ਇੱਕ ਪਿੰਡ ਸ਼ਾਮ 84 ਅੱਛਾ ਸ਼ਾਮ 84 ਦੇ ਵਿੱਚ ਉੱਥੇ ਪੈਦਾ ਹੋਏ ਮੇਰੇ ਫਾਦਰ ਨਜ਼ਾਕਤ ਅਲੀ ਖਾਨ ਸਲਾਮਤ ਅਲੀ ਖਾਨ बड़े गरीब गुरबा घर च पैदा मेरे दादा जी सन उस्ताद वलायत अली खान साहब और वलायत अली खान साहब बहुत बड़े गवैये सन सम रीजन उनका गला खराब हो गया नहीं गा सकते थे लेकिन दे टीच इज अ वेरी गुड टीचर वन ऑफ द बेस्ट टीचर इन द वर्ल्ड कह सकते उन्होंने दोनों भरावां नूं तैयार किया फिर उत्थे एक बहुत कमाल दा मेला हुंदा सी हरबल्लभ दा मेला हाले भी हुंदा है उहदी हिस्ट्री कुछ 100-150 साल पुरानी होएगी जिथे तुहाडी मोहर लगदी इन पंजाब in the history of classical music you can call कि सब लोग कैम्ब्रिज चो पढ़ के निकले हो अच्छा जी ऑक्सफोर्ड चो पढ़े हो जी तुसी हार्वर्ड चो निकले हो तो हरबल्लभ मेला is the more is a badge ਤੁਹਾਨੂੰ ਮਿਲਦਾ लेकिन कमाल है दोनों ਭਰਾਵਾਂ ਦਾ ਐਸੀ because ਤੁਸੀਂ ਮੇਰੇ ਕੋਲ ਹਿਸਟਰੀ ਪੁੱਛੀ ਤੇ ਜੀ ਜੀ ਦੱਸ ਸੋ ਪਲੀਜ਼ ਐਕਸਪਲੇਨ ਕਮਾਲ ਦੋਨੋਂ ਭਰਾਵਾਂ ਦਾ ਐਸੀ ਕਿ ਇੱਕ 7 ਸਾਲ ਦੀ ਉਮਰ ਦਾ ਇੱਕ ਬੰਦਾ 9 ਸਾਲ ਦੀ ਉਮਰ ਦਾ ਤੇ ਜਦੋਂ ਇਹ ਉੱਥੇ ਗਾਏ ਨੇ ਦੋਨੋਂ ਭਰਾ ਤੇ ਲੋਕ ਸਟਨ ਹੋ ਗਏ ਮੇਰੇ ਦਾਦਾ ਜੀ ਨੇ ਕਿਹਾ 5 ਮਿੰਟ ਦੀ ਵਾਰ ਦੋਨਾਂ ਭਰਾਵਾਂ ਨੇ ਜੀ ਜੀ ਕਿਉਂਕਿ ਸ਼ਾਮ 84 ਨਾਲ ਬਿਲੋਂਗ ਕਰਦੇ ਸ਼ਾਮ 84 ਦੇ ਬਜ਼ੁਰਗਾਂ ਨੂੰ ਸਾਰੇ ਲੋਕ ਜਾਣਦੇ ਤੇ ਜਦੋਂ ਦੋਨੋਂ ਭਰਾ ਗਾਏ ਤੇ ਉੱਥੇ ਬਾਬਾ ਮਲੰਗ ਖਾਨ ਇੱਕ ਤਬਲਾ ਨਵਾਜ਼ ਹੁੰਦੇ ਸੀ ਇਹ ਵੀ ਆਪਣੇ ਅਸੀਂ ਦਰਸ਼ਕਾਂ ਨੂੰ ਦੱਸੀਏ ਕਿ ਜੀ ਜੀ ਕੀ ਹਿਸਟਰੀ ਕੀ ਲੋਕ ਇੰਟਰਸਟਡ ਨੇ ਹਿਸਟਰੀ ਦੇ ਵਿੱਚ ਜੀ ਤੇ ਬਾਬਾ ਮਲੰਗ ਖਾਨ ਦੇ ਨਾਲ ਇੱਕ ਤਾਲ ਹੁੰਦਾ ਤਲਵਾੜਾ ਮੀਨ ਇਟਸ ਵੈਰੀ ਡਿਫਿਕਲਟ ਸੈਕਸ਼ਨ ਬੀਟ ਆਫ ਤਾਲ ਹੈ ਉਹਦੇ ਵਿੱਚ ਸਲਾਮਤ ਅਲੀ ਖਾਨ ਨੇ ਜਦੋਂ ਉਹ ਤਾਲ ਲਵਾਇਆ ਤਾਂ 7 ਔਰ 8 ਸਾਲ ਦਾ ਬੱਚਾ उस ताल च गा ही नहीं सकता so he was very surprised and he asked my dada
ਕਿ ਭਾਵਲੈਕ ਇਹ ਬੱਚੇ ਨੂੰ ਕੀ ਸਿਖਾਉਂਦਾ ਜੀ ਕਿ ਇਹ ਕਹਿੰਦਾ ਹੋਰ ਬਿਠਾ ਲੈ ਇਹਨੂੰ, ਜਦੋਂ ਲੈ ਜਿਹੜੀ ਤੇਜ਼ ਹੁੰਦੀ ਉੱਤੇ ਗਾਣਾ ਜ਼ਰਾ ਆਸਾਨ ਹੁੰਦਾ ਹੈ, ਅੱਛਾ, ਲੇਕਿਨ ਬਹੁਤ ਤੇਜ਼ ਤੇ ਵੀ ਗਾਣਾ ਮੁਸ਼ਕਿਲ ਪੈ ਜਾਂਦਾ ਹੈ ਜੀ, ਲੇਕਿਨ ਜਦੋਂ ਲੈ ਬਹੁਤ ਸਾਰੀ ਬੀਟ ਥੱਲੇ ਬਹਿ ਜਾਵੇ ਤੇ ਹੋਰ ਡਿਫਿਕਲਟ ਹੋ ਜਾਂਦੀ ਹੁਣ ਦੇਖਣਾ। ਫਿਰ ਇਫ ਯੂ ਆਰ 7 years old say 8 years old you don't know how to perspectively ਉਹਨੂੰ ਕਿਸ ਤਰ੍ਹਾਂ ਗਾਉਣਾ ਹੈ ਤੇ ਉਹਨੂੰ ਕਿਸ ਤਰ੍ਹਾਂ ਨਿਭਾਉਣਾ, ਤੇ 7 years old kid and 9 years old kid ਉਹ ਇਸ ਤਰ੍ਹਾਂ ਗਾ ਰਹੇ ਨੇ ਜਿਵੇਂ 100 years old ਬੰਦੇ ਗਾਉਂਦੇ। ਕੀ ਬਾਤ ਹੈ। ਉੱਥੇ ਫਿਰ ਕਲੈਂਪ ਹੋ ਗਈ, ਫਿਰ ਬੈਚ ਲੱਗ ਗਿਆ, ਮੋਰ ਲੱਗ ਗਈ। ਸ਼ਾਮ ਚਰਾਸੀ ਇਜ਼ ਬੇਸਿਕਲੀ ਦੁਰਪਦ ਗਾਇਕੀ ਘਰਾਣਾ, ਤੇ ਦੁਰਪਦ ਇਜ਼ ਨਾ 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 ਉਹ ਖਿਆਲ ਗਾਇਕੀ ਕੀ ਇੰਪਰੋਵਾਈਜ਼ੇਸ਼ਨਲ ਸਿੰਗਿੰਗ, ਕਿ ਇੱਕ ਤੁਹਾਨੂੰ ਸਟਾਈਲ ਮਿਲਿਆ, ਤੁਸੀਂ ਕਿਹਾ ਕਿ ਕਰੀਮ ਨਾਮ ਜਿਸ ਮੈਂ ਗਲਾ ਥੋੜਾ ਬੈਠਾ ਹੈ ਸ਼ੋਜ਼ ਦੀ ਵਜ੍ਹਾ ਰੋਕ ਤੋਂ 5-6 ਸੁਰ ਨੇ ਤੁਸੀਂ ਇਹਨੂੰ ਇੰਪਰੋਵਾਈਜ਼ ਕਰਦੇ ਰਹਿਣਾ 4 hours 6 hours 7 hours 3 hours 2 hours ਇੱਕ ਰਾਗ ਨੂੰ ਤੁਸੀਂ 10 ਘੰਟੇ ਵੀ ਗਾ ਸਕਦੇ, ਲੇਕਿਨ ਸਾਹਮਣੇ ਨਜ਼ਾਕਤ ਅਲੀ ਖਾਨ ਦਾ ਰਿਕਾਰਡ 12 hours ਦਾ ਵੀ ਹੈ। ਵਾਓ। ਉਹਨਾਂ ਨੇ ਇੱਕ ਬਹੁਤ ਵੱਡੇ ਪੇਂਟਰ ਹੋਏ ਨੇ ਹਾਲੈਂਡ ਦੇ ਵਿੱਚ, ਉਹਦੇ ਮਿਊਜ਼ੀਅਮ ਚ ਗਾਇਆ ਸੀ, ਔਰ ਉਸ ਤੋਂ ਬਾਅਦ ਫਿਰ ਆਸਤੇ ਆਸਤੇ ਇਹਨਾਂ ਦੀ ਗਰੂਮਿੰਗ ਹੋਈ, ਫਿਰ ਇਹਨਾਂ ਨੂੰ ਬੰਬੇ ਲੈ ਗਏ, ਬੰਬੇ ਰਾਜ ਕਪੂਰ ਨੇ ਇਹਨਾਂ ਨੂੰ ਔਨ ਕੀਤਾ, ਲਤਾ ਮੰਗੇਸ਼ਕਰ, ਆਰ.ਡੀ ਬਰਮਨ ਦਾ ਨਾਮ ਵੀ ਮੇਰੇ ਚਾਚੇ ਨੇ ਰੱਖਿਆ ਸੀ ਪੰਚਮ। ਕੀ ਬਾਤ ਹੈ। ਇਹ ਬੜੀ ਮੈਂ ਤੁਹਾਨੂੰ ਬੜੀ ਪਤੇ ਦੀ ਗੱਲ ਪਲੀਜ਼ ਸ਼ੇਅਰ ਕਰੋ ਸਾਰੇ। ਇਹ ਰਾਜ ਕਪੂਰ ਦੇ ਘਰ ਬੈਠੇ ਸੀ ਐਸ.ਡੀ ਬਰਮਨ ਸਾਹਿਬ ਜੀ, ਐਸ.ਡੀ ਬਰਮਨ ਨੇ ਕਿਹਾ ਕਿ ਜੀ ਮੇਰਾ ਜਿਹੜਾ ਪੁੱਤਰ ਹੈ ਇੱਕੋ ਹੀ ਆਰ.ਡੀ ਬਰਮਨ ਹੈ ਤੇ ਉਹਦਾ ਕੋਈ ਯੂਨੀਕ ਜਿਹਾ ਨਾਮ ਦੱਸੋ, ਤੇ ਪੰਚਮ ਇਜ਼ ਦੀ ਓਨਲੀ ਵਨ ਸੁਰ, ਕਿਉਂਕਿ 12 ਸੁਰਾਂ ਚ 12 ਸੁਰ ਹੁੰਦੇ, ਸਾਰੇ ਰੇ ਗਾ 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 ਮਾ 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 ਪਾ 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 ਕੱਲਾ ਤੇ ਦਾਦਾ ਦਾਦਾ ਨੀ ਨੀ ਸਾ, ਤੇ ਸਾ ਪਾ ਕੱਲੇ ਹੀ ਹੁੰਦੇ ਨੇ, ਇਹਦਾ ਕੁਝ ਸਾ ਨਹੀਂ ਹੁੰਦਾ, ਦੇਰ ਵੱਲੋਂ ਜੀ ਜੀ 12 ਸੁਰਾਂ ਚ ਕੱਲੇ ਹੀ ਹੁੰਦੇ ਜੀ। ਤੂੰ ਨੇ ਕਹਿੰਦਾ ਨਾ ਪੰਚਮ ਰੱਖੋ, ਪੰਚਮ ਦੇ ਨਾਲ ਕੋਈ ਸੁਰ ਨਹੀਂ ਲੱਗਦਾ, ਹੀ ਇਜ਼ ਜਸਟ ਓਨਲੀ ਵਨ ਮੈਨ। ਉਸ ਤੋਂ ਬਾਅਦ ਤੁਹਾਨੂੰ ਪਤਾ ਉਹਨੇ ਵੈਸਟਰਨ ਦੇ ਵਿੱਚ ਕਿਸ ਤਰ੍ਹਾਂ क्लासिकल और उन्होंने नाम ज्यादा में भी आशा भोसले जी उन्होंने जी, और मोस्ट राग उन्होंने यूज किए ਜਿਹੜੇ ਇਸਲਾਮ ਅਲੀ ਖਾਨ ਜ਼ਿਆਦਾ ਗਾਏ, ਜੋ ਚੁਬਰਾਗ ਟੋੜੀ ਹੈ ਪੈਰਵੀ, ਇਹ ਸਾਡੇ ਘਰ ਦੇ ਮਸ਼ਹੂਰ ਰਾਗ ਨੇ। ਜਿਸ ਤਰ੍ਹਾਂ ਉਹਨਾਂ ਚ ਇੱਕ ਰਸਾਈ ਅੰਦਰ ਹੈਗਾ ਟੋੜੀ ਦਾ ਜਿਹੜਾ ਸਾਡੇ ਘਰ ਦਾ ਸੋਦਰ ਨੈਣ ਤੇ ਹਰੇ ਬਲਵਾ, ਇਹ ਸ਼ੇਰ ਦਾ ਰਾਗ ਮੋਰ ਰਸੇ ਲੈ ਪਿਆਰੇ ਬਲਵਾ सुंदर नैन रे मद बरे नैन तेहारे बलमा, मैं उन्हें पारे बाल बाल जाऊं सुंदर नैन रे। समदरी खान साहब ने ਇਹ ਸਟਾਈਲ ਦੇ ਰਾਗ ਜਦੋਂ ਗਾਏ ਉੱਥੇ ਫਿਰ ਜਿਹੜੇ ਸਟਾਈਲ ਆਫ ਜਿਹੜੀ ਬਾਲੀਵੁੱਡ ਦੀ ਜਿਹੜੀ ਸਿੰਗਿੰਗ ਸੀ ਮੇਰੇ ਚਾਚਾ ਔਰ ਮੇਰੇ ਫਾਦਰ ਦੀ ਨਾ ਚੇਂਜ ਹੋਈ, ਉਹਦੇ ਵਿੱਚ ਕੁਝ ਖਮਾਸ਼ ਠਾਠ ਦੀ ਚੇਂਜਿੰਗ ਆਈ। ਲੋਕਾਂ ਨੇ ਕਿਹਾ ਕਿ ਇਹ ਅੰਦਾਜ਼ ਕੀ ਗਾ, ਕਿਉਂਕਿ ਉਹ ਸਾਡਾ ਇਕੱਠਾ ਹੀ ਜਦੋਂ ਪੰਜਾਬ ਹੈਗਾ ਸੀ ਨਾ, ਇੰਡੀਆ ਪਾਕਿਸਤਾਨ ਦਾ ਇਕੱਠਾ ਪੰਜਾਬ। Okay, let's just go straight in. ਰਫਾਕਤ ਸਾਹਿਬ ਹਾਂਜੀ ਬਾਲੀਵੁੱਡ ਪਹੁੰਚ ਗਏ, ਆਰ.ਡੀ ਬਰਮਨ ਸਾਹਿਬ ਜੀ ਉਹਨਾਂ ਦਾ ਨਾਮ ਲਿਖ ਦਿੱਤਾ, ਲਤਾ ਜੀ ਨੇ ਫਿਰ ਬਹੁਤ ਪਿਆਰ ਕੀਤਾ। ਸਾਡਾ ਬਾਲੀਵੁੱਡ 'ਚ ਇਸ ਤਰ੍ਹਾਂ ਨਾਮ ਹੈ, ਜਿਸ ਤਰ੍ਹਾਂ ਮੈਂ ਰੀਸੈਂਟਲੀ ਹੁਣੀ ਦਲੀਪ ਕੁਮਾਰ ਸਾਹਿਬ ਦੀ ਬਰਥਡੇ ਤੇ ਗਿਆ, ਤੇ ਦਲੀਪ ਕੁਮਾਰ ਸਾਹਿਬ ਨੇ ਜਦੋਂ ਪਤਾ ਲੱਗਾ ਕਿ ਨਜ਼ਾਕਤ ਅਲੀ ਖਾਨ ਦੇ ਬੇਟੇ ਆਏ ਤੇ ਉਹਨਾਂ ਨੇ ਸਾਇਰਾ ਜੀ ਨੂੰ ਕਿਹਾ ਕਿ ਮੇਰੀ ਸਾਲਗਿਰਹ ਦੇ ਵਿੱਚ ਆਉਣਗੇ, ਤੇ ਫਿਰ ਮੈਨੂੰ ਆਨਰ ਮਿਲਿਆ, ਉੱਥੇ ਪੂਰੀ ਬਾਲੀਵੁੱਡ ਇੰਡਸਟਰੀ ਬੈਠੀ ਸੀ ਉੱਥੇ। ਫਿਰ ਉਹਨਾਂ ਦੱਸਿਆ ਕਿ ਯਾਰ ਰਾਜ ਕਪੂਰ ਜਿਸ ਫੈਮਿਲੀ ਨੂੰ ਔਨ ਕਰਦੇ ਸੀ, ਔਰ ਰਾਜ ਕਪੂਰ ਕਹਿ ਕੇ ਗਏ ਆਪਣੇ ਬੱਚਿਆਂ ਨੂੰ ਜਦੋਂ ਵੀ ਨਜ਼ਾਕਤ ਅਲੀ ਸਲਾਮਤ ਅਲੀ ਦਾ ਕੋਈ ਵੀ ਰਿਸ਼ਤੇਦਾਰ ਵੀ ਆ ਜਾਏ ਪਿਆਰ ਕਰਨਾ, ਸਾਡਾ ਉੱਥੇ ਨਹੀਂ ਬੜਾ ਨਾ ਰਿਹਾ, ਬਲਕਿ ਅਸੀਂ ਉਸ ਇੰਡਸਟਰੀ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਮੇਰੇ ਚਾਚਾ ਔਰ ਮੇਰੇ ਫਾਦਰ ਦੇ ਨਾਟ ਮਾਈ ਸੈਲਫ ਇੱਕ ਚੇਂਜ ਵੀ ਆਂਦਾ, ਤੇ ਉਹਨਾਂ ਦੀ ਵਜ੍ਹਾ ਨਾਲ ਵੀ ਮੈਨੂੰ ਚਾਂਸ ਮਿਲਿਆ ਬਾਲੀਵੁੱਡ 'ਚ ਕੰਮ ਕਰਨ ਦਾ। ਸੋ ਦਿਸ ਇਜ਼ ਆਲ ਅਬਾਊਟ ਸਟੋਰੀ। ਲੰਬੀ ਕਹਾਣੀਆਂ ਨੇ, ਬੜੀਆਂ ਲੰਬੀਆਂ ਦਾਸਤਾਨਾਂ ਨੇ, ਤੇ ਇਸਲਾਮ ਅਲੀ ਖਾਨ ਤੋਂ ਹੀ ਮੈਂ ਸਿੱਖਿਆ ਕਲਾਸੀਕਲ ਮਿਊਜ਼ਿਕ। ਤੇ ਇੱਕ ਵਾਰੀ ਮੈਂ ਘਰ ਵਿੱਚ ਗਾ ਰਿਹਾ ਸੀ ਉਹਨਾਂ ਦੇ ਸਾਹਮਣੇ, ਤੇ ਗਾਉਂਦੇ ਗਾਉਂਦੇ ਮੈਂ ਇੱਕ ਕਵਾਈ ਦਾ ਇੱਕ ਤਾਲ ਹੈ ਬੜਾ ਮੁਸ਼ਕਿਲ, ਉਹਦੇ 'ਚ ਮੈਂ ਬੋਲ ਮਾਰਿਆ ਬੜਾ ਅੱਛਾ, ਕਿਉਂਕਿ ਸਾਡੀ ਘਰਾਣੀਆਂ ਦੇ ਵਿੱਚ people are very much interested to who's a good singer, who's doing good gaiki. So oh zyada popular that most of the grana people are, oh yaar you are becoming a doctor, you are a painter, you are becoming you're going to army। ਜਿੱਦਾਂ ਸਾਡੇ ਘਰ ਸਾਡਾ ਘਰਾਣਾ ਹੈ, ਉਹ ਵਕੀਲ ਬਣ ਜਾ, ਵਕੀਲ ਬਣ ਜਾ, ਕੀ ਤੂੰ ਵੀ ਚੱਕ ਕੇ ਹਾਕੀ ਚੱਕ ਕੇ ਤੁਰਿਆ ਫਿਰਦਾ ਰਹਿੰਦਾ, ਉਹਦਾ ਪੈਸੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੁੰਦਾ। ਜੀ ਜੀ ਉਹਨੂੰ ਰਿਸ਼ਤਾ ਵੀ ਕਰੋ ਮਿਲ ਜਾਂਦਾ, ਜੀ ਜੀ ਉਹਨੂੰ ਕੋਈ ਨਾ ਕੋਈ ਕਜ਼ਨ ਦਾ ਰਿਸ਼ਤਾ, ਦੂਸਰਾ ਰਿਸ਼ਤਾ ਵੀ ਇਹ ਗਾਉਂਦਾ ਬੜਾ ਚੰਗਾ, ਹੀ ਵਿਲ ਬੀ ਦ ਗੁੱਡ ਸਿੰਗਰ। ਅੱਛਾ, ਉਹਦੀ ਬੜੀਆਂ ਮਿਸਾਲਾਂ ਨੇ ਮੇਰੇ ਕੋਲ। ਸੋ ਸਿੰਗਿੰਗ ਇਜ਼ ਦੀ ਓਨਲੀ ਪ੍ਰਾਈਡ ਇਨ ਆਵਰ ਫੈਮਿਲੀ। ਤੇ ਉਹਨਾਂ ਨੇ ਮੈਨੂੰ ਜਦੋਂ ਸੁਣਿਆ ਤੇ ਮੈਨੂੰ ਕਹਿੰਦੇ ਨਾਓ ਯੂ ਆਰ ਅ ਗਵਈਆ एंड इंशाल्लाह यू विल एक्सप्लोर द नेम ऑफ शाम। और फकत साहब आपको
ਕਦ ਮਾਲੂਮ ਹੋਇਆ ਤੁਹਾਨੂੰ, ਕਦੋਂ ਲੱਗਾ ਕਿ ਹਾਂ ਮੈਂ ਹੁਣ ਸਿੰਗਰ ਬਣ ਗਿਆ? ਨਹੀਂ, ਮੈਂ ਆਪਣੇ ਆਪ ਨੂੰ ਕਦੀ ਵੀ ਸਿੰਗਰ ਨਹੀਂ ਸਮਝਿਆ। ਆਈ ਐਮ ਜਸਟ ਪਾਰਟਿਸਿਪੇਟਿੰਗ। ਦਿਸ ਇਜ਼ ਮਾਈ ਪ੍ਰੋਫੈਸ਼ਨ ਐਂਡ ਪੈਸ਼ਨ ਟੁਗੇਦਰ। ਜੀ, ਮੈਂ ਚਾਹੁੰਦਾ ਸੀ ਕਿ ਮੈਂ ਨੌਕਰੀ ਨਾ ਕਰਾਂ, ਮੈਂ ਕਿਤੇ 9 to 5 ਨਾ ਜਾਵਾਂ ਕਿਤੇ, ਮੈਨੂੰ ਕੋਈ ਮੋਨੀਟਰ ਨਾ ਕਰੇ, ਮੈਨੂੰ ਕੋਈ ਬਿਠਾਏ ਨਾ, ਕੋਈ ਇਹ ਨਾ ਕਹੇ ਕਿ ਤੂੰ 5 ਮਿੰਟ ਲੇਟ ਹੋ ਗਿਆ। ਤੇ ਮੈਨੂੰ ਦੁਨੀਆ ਦੇਖਣ ਦਾ ਸ਼ੌਕ ਸੀ। ਵੈਨ ਵਾਂਸ ਆਈ ਆਸਕ ਮਾਈ ਉਸਤਾਦ, क्योंकि मेरे पिताजी तो बहुत देर पहले इंतकाल करके 83 ची गॉन, आई वाज स्टडीइंग इन स्कूल। तो मैं कि जी आई वांट टू सिंग एंड आई वांट टू एक्सप्लोर माई सेल्फ इनटू द होल वर्ल्ड, मैं पूरी दुनिया जाना चाहना। तो चाचा जी कहते तू जाना चाहना तो फिर तू सिंगिंग कर, गाना गा, गाना विल हेल्प यू, इज द की टू ओपन द होल वर्ल्ड। सो ही हेल्प मी। और वन ऑफ माय अंकल उस्ताद जाकिर अली खान, अख्तर अली खान, ये 5 भरा सन, जाकिर अली, सलामत अली, अख्तर अली खान, जाकिर अली खान ते सदक अली खान, जिन्हां दा गाना है गोरे मैं जाना परदेस, मैं जाना तेरे नाल, माही वे ना जावे परदेस। ये गाना मतलब लिखा तांगा वाले नैन कदों सुख नाल सुन के। So this kind of Punjabis are very much popular in that family। ਰਫਾਕਤ ਸਾਹਿਬ, ਇਸ ਗਾਇਕੀ ਦੇ ਵਿੱਚ ਇਸ ਤੁਹਾਡੀ ਜੋ ਆਵਾਜ਼ ਤਾਂ ਠੀਕ, ਆਵਾਜ਼ ਹੈ ਪਰ ਤੁਹਾਡੀ ਗਾਇਕੀ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਮੇਰੇ ਵਰਗਿਆਂ ਨੂੰ ਵੀ ਸਿਰਫ ਸਾਨੂੰ ਵੀ ਅੱਖਾਂ ਮੀਟਣ ਤੇ ਮਜਬੂਰ ਕਰ ਦਿੰਦੀ ਹੈ, ਸੁਣਨ ਤੇ ਮਜਬੂਰ ਕਰ ਦਿੰਦੀ ਹੈ? ਅੱਛਾ, ਸਾਡੀ what is the perspective ਜੀ in our ਗਾਇਕੀ, यानी कि क्लासिकल म्यूजिक इन होल जी डिफरेंट कराने अच्छी एक दरबारी राग है सपोज सरे ग म प द नि प प ज नि ज रे ध द नि प म प ग म रे रे ज रे ज द द नि रे स ए राग ਹੁਣ ਇੱਕੋ ਹੀ ਦਰਬਾਰੀ ਜਦੋਂ ਪਟਿਆਲੇ ਚ ਜਾਏਗੀ ਤੇ ਕਿਸੇ ਹੋਰ ਤਰ੍ਹਾਂ ਗਾਈ ਜਾਏਗੀ, ਲੇਕਿਨ ਸੁਰ ਉਹੀ ਨੇ। ਹਾਂ ਸੁਰ ਉਹੀ ਨੇ, ਸਾਰੇ ਗਮਾ ਪਦਨੀ ਸਾਰੀ ਦਬਾ ਮਗਰੇ ਸਾ, ਲੇਕਿਨ ਸਟਾਈਲ ਆਫ ਗਾਇਕੀ ਵਿਲ ਸ਼ੋ ਦਾ ਘਰਾਨਾ, ਇਨਲਾਈਟਡ ਦਾ ਘਰਾਨਾ। ਤੇ ਸਾਡੇ ਘਰਾਨੇ ਵਿੱਚ ਲੈਕਾਰੀ ਔਰ ਤਾਕਤ ਦੇ ਨਾਲ ਸੁਰ ਲਾਣਾ ਔਰ ਮੁਲਾਇਮੀਅਤ ਨਾਲ ਸੁਰ ਲਾਣਾ, ਇਹ ਟੈਕਨੀਕ ਹੈਗੀ ਹੈ ਜੀ। ਅੱਛਾ, ਤੁਹਾਡਾ ਜਿਹੜਾ ਕੁਐਸਚਨ ਹੈ, ਕਮ ਬੈਕ ਟੂ ਯੋਰ ਕੁਐਸਚਨ ਜੀ। ਕੁਐਸਚਨ ਹੈਗਾ ਕਿ ਇਹ ਜਿਹੜਾ ਸਾਡਾ ਮਿਊਜ਼ਿਕ ਹੈ, ਇਹ ਅੱਲਾਹ ਦਾ ਰਾਸਤਾ ਹੈ। that is ਇਹ ਕੋਈ ਸੂਫੀਜ਼ਮ ਹੈ, ਇਹ ਕੋਈ ਪਾਰਟਿਕੂਲਰ ਰਿਲੀਜਨ ਨਹੀਂ ਹੈਗਾ। ਗੋਡ ਤੇ ਸਾਰਿਆਂ ਦਾ ਹੀ ਹੈ। ਕਿਉਂ ਅੱਖਾਂ ਬੰਦ ਹੋ ਜਾਂਦੀਆਂ ਕਲਾਸਿਕਲ ਮਿਊਜ਼ਿਕ ਤੇ? ਕਿਉਂ? ਕਿਉਂਕਿ ਇਹ ਮੈਡੀਟੇਸ਼ਨ ਹੈ, ਇਹ ਇਬਾਦਤ ਹੈਗੀ ਹੈ ਕਿ ਬੰਦਾ ਸਵੇਰ ਉੱਠ ਕੇ ਕਹੇ ਅੱਲਾਹ तेरो नाम, अल्लाह तेरो नाम, तेरो मेडिटेशन भी हो रही है, रियाज भी हो रहा है, पैशन भी चल रहा है, मजा भी आ रहा है, उतला भी सुन रहे हैं, नाले तुहानू सवाब भी मिल रहे हैं ਤੇ ਤੁਹਾਨੂੰ ਉਹ ਕਿਸੇ ਵੀ ਅੰਗ ਦੀ, ਕਿਸੇ ਵੀ ਰਿਲੀਜਨ ਦੇ ਵਿੱਚ ਉਹਦੇ ਚ ਕੋਈ, ਉਹਦੇ ਚ ਤੁਸੀਂ ਕੀਰਤਨ ਕਰ ਰਹੇ ਹੋ, ਔਰ ਕੀਰਤਨ ਚ ਵੀ ਰਾਗਸ ਨੇ, ਮੈਨੀ ਰਾਗਸ ਨੇ। कोई सोहनी आवाज ना करे कीर्तन, ते कीर्तन होते इज्जत के काबिल और सिर झुकाने के काबिल है, तलावत ते तलावत है। लेकिन जो उस आवाज आंदी है और लय शामिल होती है, वो कहते ने जो दुनिया बनी सी, जो रूह पाई सी इंसान दे विच, उदों भी सुर और लय दे नाल ही पाई सी। वो मस्त होया सी ते रूह मस्त होके इंसान चले गई, फिर उदा हार्ट भी धड़क गया, फिर उदा दिल भी धड़क गया। एक इबादत दा अंसर है। सारे राग देखो, रागां दी टाइमिंग ने, सवेर दा राग हो रहा, जिवें दूसरी जिवें नाइट नर्स पींदे ने, कि नाइट दा नाइट नहीं पीना, फिर तुहाडी तबीयत ठीक होगी, वरना सिर ठीक सवेर दा पी लोगे तो फिर तुसीं सवेर ही ठीक हो। हां जी हां जी, जस्ट लाइक दैट। जी जी जी, राग जेहड़े ने शाम दा राग, और की टेक्निक होदी कि जदों बिल्कुल आधी मॉर्निंग होती है, सारे मॉर्निंग दे राग जेहड़े ना वो सारे को 6 बजे नहीं गाए जा सकते जी जी। किसी का 9 बजे का टाइम हो जाता, किसी का 10 बजे का हो जाता, किसी का 11 बजे का हो जाता, बिल्कुल दोपहर हो जाता, तलंग का टाइम हो जाता, फिर बीच पैरवी तो सदा सुहागन एवरी टाइम गा सकते जी। ते जे रियाज कर रहे थे, 2 ऐसे राग ने, पैरवी और पैरवी कोमल सुरां दा राग है, कोमल पीन या जेड़े उतरे सुर हुंदे ने, लत्थे सुरां दा राग जी। जे तुसी एमन दा रियाज करो तो तीव्र सुर दा, चढ़े सुर दा राग है। तो वो टेक्निक हैगी कि तुसी गले च अपने गले दे विच एक ज्वारी हुंदी, टेक्निकल गल है। हां प्लीज प्लीज, ਤੁਸੀਂ ਅਗਰ ਇਹਦੀ ਬਾਡੀ ਬਣਾਓ ਐਸ ਮਸਲ ਦੀ, ਤੇ ਸਿਰਫ ਇੱਥੇ ਹੀ ਬਾਡੀ ਬਣ ਜਾਏਗੀ, ਐਨ ਨਾ ਕਰੋ ਤੇ ਇੱਥੇ ਰਹਿ ਜਾਏਗਾ ਮਸਲ। ਕੀ ਬਾਤ ਹੈ, ਇਟਸ ਜਸਟ ਲਾਈਕ ਦੈਟ, ਰਿਆਜ਼ ਇਜ਼ ਲਾਈਕ ਦੈਟ। ਅੱਛਾ, ਰਿਆਜ਼ ਦੀ ਟੈਕਨੀਕ ਹੈਗੀ, ਜੇ ਸਹੀ ਉਸਤਾਦ ਸਹੀ ਟੈਕਨੀਕ ਨਾਲ ਰਿਆਜ਼ ਕਰਾਉਣਗੇ, ਤਰੀਕੇ ਨਾਲ ਦੱਸਣਗੇ, ਕਿ ਉਹਦੇ ਨਾਲ ਫਿਰ ਤੁਹਾਡੀ ਗਲੇ ਦੀ ਜਿਹੜੀ ਜਵਾਰੀ ਪ੍ਰੋਪਰ ਬਿਲਡ ਹੋਏਗੀ ਜੀ। ਤੇ ਕਈ ਲੋਕ ਗਲਤ ਰਿਆਜ਼ ਵੀ ਕਰ ਲੈਂਦੇ, ਤਾਂ ਉਹਨਾਂ ਦੀ ਜਿਹੜੀ ਆਵਾਜ਼ ਹੁੰਦੀ ਉਹ ਗਲਤ ਵੀ ਹੋ ਜਾਂਦੀ। ਜਿੰਨਾ ਉਹਦੇ ਅੰਦਰ ਗੈਪ जवारी के अंदर पैंदा है, जस्ट लाइक दैट, उन्नी आवाज उन्हें टकरांदी, उन्ना सुर पैदा होता। जिस देखिए कई लोग बड़ी जगह कह लेते हैं बिकॉज ऑफ द रियाज, एंड सम टाइम इट कम्स फ्रॉम अल्लाह, फ्रॉम गॉड जी। ओदी वजह नाल भी नेचुरली भी होता है। जे तू गखियां दे सामने दिखावे साडा दिल
ਇਟਸ ਬ੍ਰਿਲੀਅੰਟ ਤੁਸੀਂ ਇਹ ਸਾਡੇ ਨਾਲ ਸ਼ੇਅਰ ਕਰਦੇ ਕਿਉਂਕਿ ਆਬਵੀਅਸਲੀ ਸਾਨੂੰ ਕਾਫੀ ਆਉਂਦਾ ਕਿ ਸਾਨੂੰ ਦੱਸੋ ਕਿ ਬਾਈ ਜੀ ਕੋਈ ਉਸਤਾਦ ਦੇ ਬਾਰੇ ਸਾਰਾ ਪਤਾ ਸੁਕੀ ਨਹੀਂ ਸਰ ਮੈਨੂੰ ਨਹੀਂ ਕੀ ਹੈ ਤੁਹਾਡਾ ਬੜਾਪਨ ਕਿਉਂਕਿ ਉਹ ਕਹਿੰਦੇ ਕਿ ਉਸਤਾਦ ਦੱਸੋ ਕਿ ਅਸੀਂ ਕਿੱਦਾਂ ਸਿੱਖੀਏ ਇੱਕ ਟਾਈਮ ਇੱਕ ਸਮਾਂ ਇੱਥੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਜਿੱਦਾਂ ਕਿ 9 ਵਜੇ ਦਾ ਰਾਗ 6 ਵਜੇ ਦਾ ਰਾਗ ਹੁਣ ਜੇ ਮੈਂ ਵਾਜਾ ਫੜ ਕੇ ਰਾਗ ਹੀ ਸਿੱਖੀ ਗਿਆ ਮੇਰੇ ਘਰੋਂ ਵੀ ਛਿੱਤਰ ਪੈਣੇ ਪਹਿਲਾਂ ਤਾਂ ਨਿਆਣਿਆਂ ਨੇ ਮੈਨੂੰ ਵੀ ਆਪ ਕੀ ਸਵੇਰੇ ਸਵੇਰੇ ਲੱਗਿਆ ਹੈ ਨਾ ਤੁਸੀਂ ਕਰੋ ਕੁਐਸਚਨ ਹਾਂ ਮੇਰੇ ਕੁਐਸਚਨ ਕਹਿਣ ਤੋਂ ਭਾਵ ਸੀ ਇਹ ਕਿ ਅੱਛੇ ਉਸਤਾਦ ਲੱਭਣੇ ਬਹੁਤ ਔਖੇ ਨੇ ਵੈਰੀ ਡਿਫਿਕਲਟ ਹਾਂਜੀ ਤੇ ਔਰ ਜਿੱਦਾਂ ਕਿ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਕਿ ਸਲਾਮਤ ਅਲੀ ਖਾਨ ਸਾਹਿਬ ਤੋਂ ਤੁਸੀਂ ਸਿੱਖਿਆ ਲਈ ਉਹਨਾਂ ਦਾ ਜਾਨੀ ਕਿ ਸਿਖਾਉਣ ਦਾ ਢੰਗ ਕੀ ਸੀ ਤੁਹਾਡੇ ਵਾਸਤੇ ਦੇਖੋ ਜੀ ਤੁਸੀਂ ਪਹਿਲੀ ਜਿਹੜੀ ਗੱਲ ਕੀਤੀ ਸੀ ਉਹ ਤਾਂ ਮੈਂ ਪਹਿਲੇ ਜਵਾਬ ਦੇ ਕੇ ਜੀ ਪਹਿਲੀ ਗੱਲ ਹੈਗੀ ਕਿ ਲੋਕਾਂ ਨੂੰ ਸਿਰਫ ਮਸ਼ਹੂਰ ਹੋਣ ਦਾ ਸ਼ੌਕ ਹੈ ਮੀਡੀਆ ਐਡਾ ਵੱਡਾ ਹੋ ਗਿਆ ਐਕਸਪੋਜ਼ਰ ਇੰਨਾ ਹੋ ਗਿਆ ਇੰਨਾ ਗੜਾ ਤੇ ਮਸ਼ਹੂਰੀ ਇੰਨੀ ਬੜੀ ਹੈ ਠੀਕ ਹੈ ਜੀ ਕੰਮ ਇੰਨਾ ਜਿੰਨਾ ਹੈਗਾ ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਕਿ ਲੋਕਾਂ ਨੇ ਸਮਝ ਲਿਆ ਕਿ ਦੁਨੀਆ ਤੇ ਬੇਵਕੂਫ ਹੈ ਦੁਨੀਆ ਨੂੰ ਕੀ ਪਤਾ ਗਾਣਾ ਕੀ ਹੁੰਦਾ ਬਟ ਸਮਹਾਉ ਦੇ ਆਰ ਰਾਈਟ ਕਿਉਂਕਿ ਮਸ਼ਹੂਰ ਗਾਣਾ ਹੈ ਬੰਦੇ ਪੁੱਛੇ ਯਾਰ ਤੇਰਾ ਗਾਣਾ ਹੈ ਤੇ ਪੁੱਛੇ ਤੈਨੂੰ ਕਿਹੜਾ ਰਾਗ ਹੁੰਦਾ ਇਹ ਤੇ ਪੁੱਛਦੇ ਨੇਵਰ ਆਸ ਹਾਂਜੀ ਅੱਛਾ ਸਾਰਾ ਦਿਨ ਕੋਈ ਰਿਆਜ਼ ਚ ਨਹੀਂ ਲੱਗ ਜਾਂਦਾ ਬੰਦੇ ਦਾ ਜਿਨ੍ਹਾਂ ਨੇ ਮਿਊਜ਼ਿਕ ਸਿੱਖਣਾ ਹੁੰਦਾ ਉਹਦੀਆਂ 3-4 ਟੈਕਨੀਕਾਂ ਹੁੰਦੀਆਂ ਉਹਦੇ ਤੇ ਰਿਆਜ਼ ਕਰਨਾ ਹੁੰਦਾ ਤੇ ਜਿੰਨੀ ਇਹਨੂੰ ਕਲਾਸੀਕਲ ਮਿਊਜ਼ਿਕ ਨੂੰ ਅਪਣਾਉਣਾ ਹੈ ਐਜ਼ ਅ ਗਵਈਆ ਲਾਈਕ ਰਾਸ਼ਦ ਅਲੀ ਖਾਨ ਲਾਈਕ ਸ਼ਫਕਤ ਅਲੀ ਖਾਨ ਲਾਈਕ ਅਦਰ ਆਰਟਿਸਟ ਉਹਨਾਂ ਨੇ ਲਾਈਕ ਪੰਡਿਤ ਜਸਰਾਜ ਲਾਈਕ ਉਹਨਾਂ ਨੇ ਸਾਰਾ ਦਿਨ ਦੇਣਾ ਹੈ ਲੋਕਾਂ ਨਿਆਣੇ ਜਿੰਨੇ ਮਰਜ਼ੀ ਨਾਰਾਜ਼ ਹੋਣ ਦੇ ਡੋਂਟ ਮਾਈਂਡ ਲੇਕਿਨ ਇਹਦੀ ABC ਜਦ ਤੱਕ ਅਲਫਾਬੈਟ ਤੋਂ ਨਹੀਂ ਆਉਂਦੀ ਉਹਦੇ ਚ ਤੁਸੀਂ ਦੇ ਵੈਸਟਰਨ ਮਿਊਜ਼ਿਕ ਹੀ ਸਿੱਖਣਾ ਪੈਂਦਾ ਹਾਂਜੀ ਇਹ ਕੋਈ ਮਜ਼ਾਕ ਨਹੀਂ ਕਰ ਮੈਂ ਹੁਣੀ ਨਾਰਵੇ ਦੇ ਵਿੱਚ ਮੈਂ ਫਿਲਹਾਰਮੋਨਿਕ ਦੇ ਨਾਲ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਕਰਕੇ ਆਇਆ was it the queen of Norway no the queen of the ਪਹਿਲੇ ਮੈਂ ਉਹਨਾਂ ਦੇ ਹੈਨਰਿਕ ਵਰਗਲਾਂਡ ਦੀ ਪੋਇਟਰੀ ਸੀ ਮੈਂ ਜਿਹੜੀ ਟ੍ਰਾਂਸਲੇਟ ਕੀਤੀ ਸੀ ਪੰਜਾਬੀ ਉਰਦੂ ਚ ਉਹਦੇ ਚ ਮੈਂ ਪਰਫਾਰਮ ਕੀਤਾ ਨੋਰਵੀਜਨ ਕੁਈਨ ਸਾਹਮਣੇ ਇਹਨੂੰ ਕਰਕੇ ਆਇਆ ਉਹਨਾਂ ਦਾ ਸਟੇਟ ਲੈਵਲ ਤੇ 100 ਪੀਸ ਆਫ ਬੈਂਡ ਸੀ ਉਹਨਾਂ ਦਾ ਮੈਂ ਤੁਹਾਨੂੰ ਉਹਦਾ ਲਿੰਕ ਦਵਾਂਗਾ ਤੇ YouTube ਤੇ ਦੇਖਣਾ ਜੀ ਜੀ ਉਹਦੇ ਚ ਤੁਸੀਂ ਲਿਖੋ ਫਿਲਹਾਰਮੋਨਿਕ ਫਰਮ ਨੋਰਵੇ ਐਂਡ ਫਾਗਤ ਅਲੀ ਖਾਨ ਯੂ ਕੈਨ ਫਾਈਂਡ ਆਊਟ ਉਹਦੇ ਚ ਅਸੀਂ ਟ੍ਰਿਬਿਊਟ ਕੀਤਾ ਰੇਸ਼ਮਾ ਨੂੰ ਅਸੀਂ ਟ੍ਰਿਬਿਊਟ ਕੀਤਾ ਨੁਸਰਤ ਅਲੀ ਖਾਨ ਸਾਹਿਬ ਨੂੰ ਉਹਦੇ ਚ ਟ੍ਰਿਬਿਊਟ 100 ਇਅਰਸ ਆਫ ਬਾਲੀਵੁੱਡ ਨੂੰ ਟ੍ਰਿਬਿਊਟ ਕੀਤਾ ਔਰ ਉਹਦੇ ਚ ਮੈਂ ਆਪਣਾ ਗਾਣਾ ਵੀ ਗਾਇਆ ਤੇ ਉਹਦੇ ਚ ਅਸੀਂ ਇਹ ਕੀਤਾ ਕਿ ਅਸੀਂ ਇੱਕ ਈਸਟਰਨ ਵੈਸਟ ਨੂੰ ਦਿੱਤਾ ਲੇਕਿਨ ਜਦੋਂ ਮੈਂ ਉਹਨਾਂ ਕੋਲ ਬੈਠਾ ਇਨ ਰਾਈਟਿੰਗ ਮਿਊਜ਼ਿਕ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਕੀਤਾ ਕਿ ਮੈਂ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਚੀਜ਼ ਦਿੱਤੀ ਹੈ ਸਾਡਾ ਤਾਂ ਸੀਨਾ ਪਸੀਨਾ ਐਲਮਨ ਆਓ ਤੋਂ ਸਿੱਖ ਲਿਆ ਉਦੋਂ ਸਿੱਖ ਲਿਆ ਕੋਈ ਰਿਟਨ ਕੁਝ ਨਹੀਂ ਹਾਂਜੀ ਹਾਂਜੀ ਜਿਵੇਂ ਕੋਈ ਕਈ ਕਨਸਟੀਟਿਊਸ਼ਨ ਰਿਟਨ ਨਹੀਂ ਹੁੰਦੇ ਜੀ ਜੀ ਪਰ ਕਨਸਟੀਟਿਊਸ਼ਨ ਹੁੰਦੇ ਨੇ ਇੰਪਲੀਮੈਂਟ ਕਰਦੇ ਨੇ ਲੇਕਿਨ ਉਹਨਾਂ ਕੋਲ ਰਿਟਨ ਉਹ ਮੈਨੂੰ ਕਿਹਾ ਕਿ ਸ਼ਹਿਰ ਬੰਬੋਰੀ ਦੀ ਕੁੜੀਓ ਤੁਸੀਂ ਨੱਕ ਵਿੱਚ ਨਥਲੀ ਨਾ ਉਹਨੇ ਲਿਖ ਲਿਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਅੱਛਾ ਸਾਡੀ ਪ੍ਰੋਬਲਮ ਹੈਗਾ ਕਿ ਕੋਈ ਵੀ ਚੀਜ਼ ਹਰ ਘਰਾਣਾ ਕਹਿੰਦਾ ਮੈਂ ਠੀਕ ਹਾਂ ਇਹਦੇ ਚ ਵੀ ਇੱਕ ਪ੍ਰੋਬਲਮ ਆ ਜਾਂਦੀ ਦੂਸਰਾ ਕਹਿੰਦਾ ਮੈਂ ਠੀਕ ਹਾਂ ਤੀਸਰਾ ਕਹਿੰਦਾ ਮੈਂ ਠੀਕ ਹਾਂ ਉਹ ਬੱਚੇ ਕਨਫਿਊਜ਼ ਹੋ ਕੇ ਨੱਚ ਜਾਂਦੇ ਤੁਸੀਂ ਕਿਹਾ ਨਿਆਣੇ ਪਰੇਸ਼ਾਨ ਹੋਣਗੇ ਜੀ ਜੀ ਗਾਣਾ ਉਹੀ ਹੈ ਜਿਹੜਾ ਇੱਕ ਵੀ ਭਾਵੇਂ ਸੁਰ ਚ ਗਾਇਆ ਜਾਵੇ ਆਦਮੀ ਨੇ ਮਿਹਨਤ ਕੀਤੀ ਹੋਵੇ ਚੰਗੇ ਸੁਰ ਲੱਗੇ ਹੋਣ ਭਾਵੇਂ 3 ਹੀ ਹੋਣ ਭਾਵੇਂ 4 ਹੀ ਹੋਣ ਜੀ ਜੀ ਸੁਰ ਸੁਰੇ ਦੂਸਰਾ entertainment is the most important thing ਜੀ ਅਗਰ ਤੁਸੀਂ ਪ੍ਰੋਫੈਸ਼ਨ ਬਣਾਉਣਾ ਜੀ ਪੈਸ਼ਨੇਟਲੀ तो ਤੁਸੀਂ ਫਿਰ entertain ਕਰਨਾ ਤੇ ਉਹਦੇ ਨਾਲ ਤੁਸੀਂ ਪਹਿਲੇ ਪੈਸੇ ਪੂਸੇ ਕਮਾ ਲਓ ਚੰਗੇ ਵੱਡੀਆਂ ਕਾਰਾਂ ਲੈ ਲਓ ਕਨਵਰਟੇਬਲ ਕਾਰਾਂ ਲੈ ਲਓ ਵੱਡੇ ਵੱਡੇ ਨਾਮ ਕਰਕੇ ਬਾਅਦ ਤੁਸੀਂ ਸਿੱਖ ਵੀ ਲੋਗੇ ਜੀ ਕਿਉਂਕਿ ਬੁਢਾਪੇ ਚ ਕਈ ਵਾਰੀ ਬਾਜਾ ਵੀ ਪੜਨਾ ਪੈ ਜਾਂਦਾ ਜੀ ਜੀ ਬੰਦੇ ਨੂੰ ਕੰਟੀਨਿਊ ਕਰ ਸਕਦੇ I'm in conversation with the great Rafaqat Ali Khan Saab and I'm truly enjoying the conversation obviously classical ਦੀ ਗੱਲ ਕੀਤੀ ਆ ਜਿੱਦਾਂ ਦੇ ਤੁਸੀਂ ਪ੍ਰੋਗਰਾਮ ਕਰਦੇ ਹੋ ਜਿੱਦਾਂ ਦੇ ਤੁਸੀਂ ਸ਼ੋਜ਼ ਕਰਦੇ ਹੋ ਬੜੇ ਵੱਡੇ ਲੈਵਲ ਤੇ ਸ਼ੋਜ਼ ਨੇ ਸਾਨੂੰ ਸ਼ਾਇਦ ਉਹਨਾਂ ਕੀ ਪਤਾ ਕਿ ਭੰਗੜੇ ਦੀਆਂ ਸ਼ੋਜ਼ ਕਿੱਦਾਂ ਹੋਏ ਜਾਂ ਬਾਲੀਵੁੱਡ ਦੀਆਂ ਸ਼ੋਜ਼ ਕੇ ਪਰ ਜਿਹੜੇ ਤੁਸੀਂ ਕਲਾਸਿਕਲ ਆਬਵੀਅਸਲੀ ਮੈਂ ਵੀ ਥੋੜੀ ਬਹੁਤੀ ਤੁਹਾਡੇ ਤੇ ਰਿਸਰਚ ਕੀਤੀ ਔਰ ਮੈਂ ਵੀ ਇੰਟਰਸਟ ਰੱਖਦਾ ਇਸ ਲਾਈਨ ਦੇ ਵਿੱਚ ਔਰ ਘਰਾਣਿਆਂ ਦੀ ਗੱਲ ਕੀਤੀ ਸ਼ਾਮ 84 ਘਰਾਣਾ ਜ਼ਿਆਦਾ ਸਾਨੂੰ ਪਟਿਆਲਾ ਘਰਾਣੇ ਦੇ ਮਿਲਦੇ ਹੋਰ ਵੀ ਘਰਾਣੇ ਇਹ ਸ਼ੋਜ਼ ਕੀ ਥੋੜੇ ਜਿਹਾ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਰ ਰਹਿ ਜਾਣਗੀਆਂ ਜਾਂ ਵੱਡੇ ਲੈਵਲ ਸਟੇਜਾਂ ਤੇ ਵੀ ਆਣਗੇ ਕਲਾਸਿਕਲ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤੇ ਤੁਹਾਡੇ ਕੋਲ ਮਹਿਫਿਲਸ ਹੁੰਦੀਆਂ ਨੇ ਜਿਹੜੀ ਬੰਦ ਦਰਵਾਜ਼ਿਆਂ ਦੇ ਵਿੱਚ ਹੁੰਦੀਆਂ ਉਹ ਚ ਮੁਸ਼ਕਲ ਗਾਣਾ ਹੁੰਦਾ ਬੜਾ ਸਭ ਕਾਈਂਡ ਆਫ ਡਿਫਿਕਲਟ ਸਿੰਗਿੰਗ ਗੋਇੰਗ ਜਿੱਥੇ ਸਭ ਪਾਰਟਿਕੂਲਰ ਲੋਕ ਪੈਂਦੇ ਨੇ ਬੜੇ ਪ੍ਰੈਜੁਡਿਸਡ ਵੀ ਹੁੰਦੇ ਨੇ ਦੇ ਆਰ ਵੈਰੀ ਰੂਡ ਟੁਵਰਡਸ ਕਲਾਸਿਕਲ ਮਿਊਜ਼ਿਕ ਇਹ ਠੀਕ ਨਹੀਂ ਗਾਇਆ ਚੰਗਾ ਨਹੀਂ ਗਾਇਆ ਉਹਦੇ ਵਿੱਚ ਵੀ ਟਾਈਮ ਖਰਾਬ ਹੋ ਜਾਂਦਾ ਕਈ ਵਾਰੀ ਰਾਈਟ ਸਮ ਟਾਈਮ ਆਉਂਦਾ ਕਿ ਤੁਸੀਂ if I give you example of Calcutta ਜਾਂ Bombay ਜਾਂ Delhi ਜਾਂ Lahore ਉੱਥੇ exposure ਹੈਗਾ classical music ਦਾ if you're talking about classical music in Calcutta they don't care the Bollywood singing and Bollywood playback singing they don't care who cares they ਉੱਥੇ ਤੇ ਆਟੋ ਚਲਾਉਣ ਵਾਲੇ ਵੀ ਉਹਨੂੰ ਪਤਾ ਹੈ ਕਿ ਜਿਹੜੇ 5 ਸੁਰ ਨੇ ਮੇਘ ਦੇ
तो 5 सुर ने माल कौंस दे ते 6 सुर ਦੇ ਜਾਣ ਦੀ ਜਿਹੜੀ ਹੈਗੀ ਹੈ ਮੈਨੇ ਤਾਂ 7 ਸੁਰ ਆਉਣ ਦੀ ਹੈ ਤੇ ਡੋਂਟ ਬੋਦਰ ਉਹ ਇੰਟਰਸਟ ਹੁੰਦਾ ਇੱਕ ਸੋਸਾਇਟੀ ਦਾ ਉਹਦੇ ਵਿੱਚੋਂ ਵੱਡੇ ਹੁੰਦੇ ਨੇ ਆਪਣੇ ਸਰਕਲ ਚ ਕਰਦੇ ਪਰ ਭੰਗੜਾ ਵੀ ਤਾਂ ਆਪਣੇ ਸਰਕਲ ਚ ਗਾ ਰਿਹਾ ਜੀ 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 ਭੰਗੜਾ ਇਹ ਨਹੀਂ ਹੁੰਦਾ ਕਿ ਉਹ ਕਦੀ ਆਈਫਾ ਅਵਾਰਡ ਚ ਕੱਦਾ ਹੋ ਗਿਆ ਜਾਂ ਕਿਸੇ ਹੋਰ ਵੱਡੇ ਅਵਾਰਡ ਚ ਹੋ ਗਿਆ ਤੇ ਉਹਦੇ ਚ ਦੂਸਰੀ ਚੀਜ਼ਾਂ ਵੀ ਆ ਜਾਂਦੀਆਂ ਨੇ ਜੀ ਜੀ ਇਸ ਫਲੇਵਰ ਤੁਸੀਂ ਯੂਜ਼ ਕਰ ਸਕਦੇ ਹੋ ਕਲਾਸਿਕਲ 뮤직 ਵਾਈ ਵੈਰੀ ਮਚ ਇੰਪੋਰਟੈਂਟ ਇਨ ਦ ਵਰਲਡ ਕਿਉਂ ਇਹ ਹਰ ਜਗ੍ਹਾ ਇਮਰਜ ਹੋ ਜਾਂਦਾ मैं सुनो लोगों में देखा वो इतना प्लेबैक कर बैठा है इतना प्ले कर बैठा लेकिन उन्होंने क्लासिकल गाउन लग पे उन्हें शागिर्दी की थी एक बड़े बड़े छोटे कमरे नाउ इज डूइंग क्लासिकल थिंग्स जी जी उस तो बाद एक भाई गिव यू एग्जांपल ऑफ शंकर महादेवन जी तो वो अभी कोई रिसेंटली उन्होंने एक बिल्कुल पैरवी पे आधारित गाना है सपनों से भरे नैनो ना नींद है ना चैनो तो ये सारी पैरवी है लेकिन उस ड्रम लगा है क्लासिकल ਨੂੰ ਤੁਸੀਂ ਕਿਤੇ ਵੀ ਇਮਰਜ ਕਰ ਸਕਦੇ ਹੋ ਦੇਖੋ ਨਾ ਮੈਂ ਗੋਰਿਆਂ ਦੇ ਵਿੱਚ ਜਾ ਕੇ ਅੰਗਰੇਜ਼ੀ ਬੋਲਾਂਗਾ ਉਹਨਾਂ ਤੋਂ ਨਗੀ ਨਾ ਮੈਂ ਗਿਟਾਰ ਵਜਾ ਸਕਣਾ ਨਾ ਉਹਨਾਂ ਚੰਗਾ ਮੈਂ ਪਿਆਨੋ ਵਜਾ ਸਕਣਾ ਜਦੋਂ ਮੈਂ ਆਪਣੀ ਤੁੰਬੀ ਫੜਾਂਗਾ तो ਇੰਜ ਕਰਕੇ ਹੋ ਜਾਏਗਾ ਪਰੇਸ਼ਾਨ ਤੇ ਇਹ ਕੌਣ ਆ ਗਿਆ ਮੈਂ ਆਪਣਾ ਤਬਲਾ ਫੜਾਂਗਾ ਨਾ ਉਹ ਕਹਿੰਦਾ ਯਾਰ ਇਹ ਕੀ ਕਰਦਾ ਬਾਜਾ ਫੜਾਂਗਾ ਉੱਥੇ ਜਾ ਕੇ ਇਸ ਤਰ੍ਹਾਂ ਅਟਰੈਕਟ ਕਰਨਾ ਜੇ ਅਸੀਂ ਗੋਰੇ ਬੜੇ ਬਹੁਤੀਆਂ ਵਾਲੀਆਂ ਪਾ ਲਈਆਂ ਮੈਂ ਵੀ ਮਾਡਰਨ ਬਣ ਕੇ ਬੈਠਾ ਜੀ ਜੀ ਆਈ ਲਾਈਕ ਵੈਸਟਰਨ ਵੇ ਆਫ ਸਟਾਈਲ ਆਈ ਲਵ ਇਟ ਕਿ ਕਿਸ ਤਰ੍ਹਾਂ ਦਾ ਅਮਰੀਕਨ मैं रिसेंटली हुणी अमेरिका तो आ रहा न्यूयॉर्क तो ते मैं जेम्स ब्राउन दी फिल्म देखी मैं लाइव ते मैं जेम्स ब्राउन दी मूव देख गॉस्पल सिंगर किस तरह गा रहा है कितना जोर ला रहा है कितनी एक्टिंग कर माइकल जैक्सन दा उस्ताद सी ते ਅਸੀਂ ਇੱਧਰ ਵੀ ਰਿਸਰਚ ਕਰ ਰਹੇ ਹਾਂ ਗੱਲ ਸਿਰਫ ਐਨੀ ਹੈ ਕਿ ਤੁਸੀਂ ਸਿਰਫ ਔਰ ਸਿਰਫ ਇੱਕ ਫੋਕਸ ਕਰਨਾ ਹੁੰਦਾ ਕਿਸੇ ਚੀਜ਼ ਨੂੰ ਜੀ ਔਰ ਕਲਾਸਿਕਲ 뮤직 ਨੂੰ ਤੁਸੀਂ ਗੋਰਿਆਂ ਨਾਲ ਖੜੇ ਹੋ ਕੇ ਗਾਓ मैं बुके वेसलॉट ਦਾ ਗਾਣਾ ਬਹੁਤ ਵੱਡਾ ਪਿਆਨਿਸਟ ਹੈ ਜੀ ਮੈਂ ਗਾਣਾ ਬਾਲੀਵੁੱਡ ਬ੍ਰਾਸ ਨਾਲ ਮੈਂ ਪਿਛਲੇ 7 ਸਾਲ ਤੋਂ ਗਾ ਰਿਹਾ ਅਸੀਂ ਪਹਿਲੇ ਫਨਕਾਰ ਆ ਮੈਂ ਪਾਕਿਸਤਾਨ ਤੋਂ ਜਿਹੜਾ ਨਿਊ ਓਪਰਾ ਹਾਊਸ ਦੇ ਵਿੱਚ ਉਹਨਾਂ ਦੇ ਨਾਲ ਗਾਇਆ ਇੱਕ ਦਿਨ ਵਾਸਤੇ ਗਾਣਾ 3 ਦਿਨ ਗਾਇਆ 3 ਦਿਨ ਪੈਕਡ 5000 ਪੀਪਲ ਰਾਈਟ ਟਾਈਮ ਤੇ ਆ ਗਏ ਉਹਦੇ ਚ ਮੈਂ ਗਾ ਰਿਹਾ ਮੇਰਾ ਚੈਨ ਵੈਨ ਸਭ ਕੁਝ ਜਿਹੜਾ ਜ਼ਾਲਿਮ ਜਾਂ ਮੈਂ ਗਾ ਰਿਹਾ ਚਲੇ ਜਾਈਆਂ 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 ਚਲੇ ਜਾਈਆਂ ਉਹ ਜਾਇਆ ਚ ਮੈਂ ਕਰ ਜ਼ਾਰੇ ਬਾਬਾ ਨਹੀਂ ਗਾਣੇ ਮੈਂ ਵੀ ਕਰ ਰਿਹਾ ਸਭ ਕੁਝ ਹਾਂ ਹਾਂ नहीं भारी बाबा बड़े बड़े भारी सारे जमा बड़े सारे सुन रहे ने कुछ भी हो रहे ने एक फ्लेवर भी आ गया ते जे भंगड़ा गाना ने लाल गला दे से बादी लाली तो सदके जा तेरे कंध विच नचदी वाली तो कोई एडी प्रॉब्लम ते नहीं जी 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 कहंदे ने नैना तेरे गोल रहना ए भी पंजाबी गाना लेकिन थोड़ा जा ड्राग बेस्ड हां जी ਤੇ ਬਾਕੀ ਕੋਈ ਮਸਲਾ ਨਹੀਂ ਹੁੰਦਾ ਜਿਹੜਾ ਕਲਾਸਿਕਲ ਸਿੱਖਿਆ ਹੁੰਦਾ ਉਹ ਕੁਝ ਵੀ ਗਾ ਸਕਦਾ ਤੁਸੀਂ ਮੈਂ ਤੁਹਾਨੂੰ ਮਿਸਾਲ ਦਿੰਦਾ ਮੁਹੰਮਦ ਰਫੀ ਦੀ ਮੈਂ ਉਹ ਇੱਕ ਕਲਾਸਿਕਲ ਗਾਇਕ ਸੀ ਭਜਨ ਉਹਨਾਂ ਨੇ ਗਾਇਆ ਕਵਾਲੀ ਉਹਨਾਂ ਨੇ ਗਾਇਆ ਬਾਅਦ ਚੋਂ ਫਿਰ ਮਿਊਜ਼ਿਕ ਬਦਲਦਾ ਹਰ ਡੈਕੇਡ ਬਾਅਦ ਸੁਰ ਚੇਂਜ ਹੁੰਦੇ ਤੇ ਸੁਰ ਵੀ ਅਜੀਬ ਜਿਹੇ ਹੋ ਗਏ ਨੇ ਲੇਕਿਨ ਕੀ ਹੈ ਯੂ ਹੈਵ ਟੂ ਫੋਲੋ ਜੀ ਤੁਸੀਂ ਉਹਨੂੰ ਫੋਲੋ ਕਰੋ ਜੀ ਤੇ ਮੈਂ ਕ੍ਰੈਡੀਬਿਲਿਟੀ ਦਿੰਦਾ ਬਾਲੀਵੁੱਡ ਇੰਡਸਟਰੀ ਨੂੰ ਉਹ ਜਿਸ ਚੀਜ਼ ਨੂੰ ਵੀ ਫੜਦੇ ਨੇ ਉਹ ਭਾਵੇਂ ਤੇਰੇ ਅਗਲ ਬਗਲ ਹੈ ਹਾਂ ਹਾਂ ਤੇਰੇ ਅਗਲ ਬਗਲ ਦੇ ਮੇਰੇ ਡੋਗੀ ਕਾ ਤੁਝ पे भौंकने का भाई तो भी मशहूर हो गया सावन में लग गई आग दिल मेरा हाथ तो मशहूर है भी सुरीली अखियों वाले ये भी मशहूर हो गया तेरे मस्त मस्त दो ने मेरे दिल का ले गए चैन मेरे दिल का ले गए चैन ते ये बहुता लिखिया बल्कि जी जी ਤੁਸੀਂ ਜੋ ਕਿਸੇ ਨਿਊਯਾਰਕ ਦੇ ਵੱਡੇ ਹਾਲ 'ਚ ਪਤਾ ਲੱਗਾ ਉੱਥੇ ਐਡਾ ਵੱਡਾ ਨਾਂ ਲਿਖਿਆ ਨੁਸਰਤ ਫਤਿਹ ਅਲੀ ਖਾਨ ਪਰੇਡੀ ਸਿਟੀ ਹਾਲ ਦੇ ਬਾਹਰ ਖੜਾ ਸੀ न्यूयॉर्क तो पता टैक्सी वाला कहता पता है कहां से मैं केड़ी जगह मैं कही यार उन्होंने कहते जी ओनली वन मैन सी द मैडोना गाई फलाना गाया नुसरत अली खान उस्ताद नुसरत अली खान साहब और सर आपको रफाकत अली खान साहब आपको भी थोड़े मतलब कमर्शियल में पैर रखना पड़ता है थोड़े आगे जान वास्ते रोजा रोटी कमाने वास्ते जी ਅਸੀਂ ਤੇ ਇਹੀ ਕਰਨੇ ਆ ਮੈਂ ਜਦੋਂ ਕੋਈ ਫੰਕਸ਼ਨ ਕਰਨਾ ਜਾਂ ਪ੍ਰੋਗਰਾਮ ਕਰਨਾ ਕੋਈ ਵੀ ਕਨਸਰਟ ਕਰਨਾ ਅਸੀਂ ਆਪਣੇ एंटरटेनमेंट के हिसाब नाल अपनी किले दा परफॉर्मेंस बनाई जी नित खैर मंगा सोहणिया मैं तेरी दुआ ना कोई होर मंगदी तेरे पैरां च खगीर होवे मेरी ਅਸੀਂ ਇਹ ਵੀ ਕੰਮ ਕਰਨੇ ਜੀ ਜੀ ਉਹਦੇ ਵਿੱਚ ਫਿਰ ਆਪਣਾ ਕੰਮ ਵੀ ਪਾ ਦਿੰਦਾ ਕਲਾਸਿਕਲ ਦਾ ਟਾਣੀਆਂ ਟੂੜੀਆਂ ਮਾਰ ਲਾ ਪੈਂਦਾ ਕੁਝ ਜੀ 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 ਉਹਦੇ ਵਿੱਚ ਅਸੀਂ ਆਪਣਾ ਕੋਈ ਕਵਾਲੀ ਵੀ ਸੁਣ ਲਈ ਜੀ ਉਹਦੇ ਵਿੱਚ ਅਸੀਂ ਆਪਣਾ ਕੋਈ ਭੰਗੜਾ ਜਿਹੜੇ ਸੱਚੀ ਬਣਾਏ ਨੇ ਜਿਵੇਂ ਮੈਂ ਰਿਸ਼ੀ ਰਿਸ਼ ਨੇ ਐਲਬਮ ਕੀਤੀ ਜਿਹਦੇ ਬਾਰੇ ਚ ਬੈਠੇ ਉਹਦੇ ਵਿੱਚ ਅਸੀਂ ਬੇਸਿਕਲੀ ਉਹਦਾ ਨਾਂ ਸੀ ਅਰਬਨ ਕਵਾਲੀਸ ਲੇਕਿਨ ਕਿਉਂਕਿ ਅਸੀਂ ਪਹਿਲਾ ਵੀਡੀਓ ਦਾ ਸਲੋ ਗਾਣੇ ਦਾ ਕਰ ਲਿਆ ਤੇ ਤੇਰੀਆਂ ਯਾਦਾਂ ਜੀ ਕੰਪਨੀ ਨੇ ਉਹਦਾ ਨਾਂ ਰੱਖ ਦਿੱਤਾ ਜੀ ਤੇ ਸਾਡਾ ਆਈਡੀਆ ਇਹ ਹੈਗਾ ਸੀ ਕਿ ਅਸੀਂ ਕਵਾਲੀ ਲੰਬੀ ਬਹੁਤ ਹੁੰਦੀ ਉਹਦੇ ਚ ਗੇਰਾ ਲੱਗਦੀ ਕਵਾਲੀ ਤੇ ਗੇਰਾ ਦਾ ਮੁਰਾਦ ਹੁੰਦਾ ਕਿ ਤੁਸੀਂ ਕਵਾਲੀ ਗਾਉਂਦੇ ਗਾਉਂਦੇ ਇੱਕ ਨਵਾਂ ਵਿੱਚੋਂ ਸ਼ੇਰ ਕੱਢੋ ਔਰ ਸ਼ੇਰ ਵੱਲ ਟੁਰ ਪਓ ਤੇ 2 ਘੰਟੇ ਉੱਥੇ ਲਾ ਕੇ ਵਾਪਸ ਮੇਨ ਪੋਰਸ਼ਨ ਤੇ ਉਹਦੇ ਤੇ ਆ ਜਾਓ ਜੀ ਜੀ ਅਸੀਂ ਕੋਸ਼ਿਸ਼ ਕੀਤੀ ਮੈਂ ਕਿਹਾ ਯਾਰ ਕਿਉਂਕਿ ਵੱਡੀਆਂ ਕਵਾਲੀਆਂ ਸੀ ਉਹਨਾਂ ਨੂੰ ਤਾਂ ਨਹੀਂ ਗਾ ਸਕਦੇ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਯਾਰ ਨਾ ਵਿੱਚ ਇਹਨੂੰ ਅਸੀਂ ਥੋੜਾ ਘੱਟ ਕਰ ਦਿੱਤਾ ਨਰਮ ਕਰਤਾ ਥੋੜਾ ਡਾਂਸਿੰਗ ਹਿਪ ਹੌਪ ਜੀ 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 ਤੇ ਅਸੀਂ ਉਹਦਾ ਨਾਂ ਅਰਬਨ ਕਵਾਲੀ ਰੱਖਤਾ ਜੀ ਜਿਸ ਤੋਂ ਅਸੀਂ ਨਿਤ ਖੈਰ ਮੰਗਾ
ਇਸ ਤੋਂ ਜ਼ਿਆਦਾ ਦੁੱਖ ਨਾ ਕੋਈ ਤੇ ਯਾਦਾਂ ਵਿਛੜੇ ਸਜਣ ਆਇਆ ਅੱਖੀਆਂ ਚੋਂ ਵੀ ਤੁਸੀਂ ਸੁਣੋਗੇ ਟਰੈਕ ਪਰ ਮਜ਼ਾ ਆਏ ਜੀ 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 ਡੈਫੀਨਿਟਲੀ ਔਰ ਵਿਦ ਰਿਸ਼ੀ ਰਿਸ਼ੀ ਯਾ ਅਸੀਂ ਫਿਰ ਉਹਨੂੰ ਕਿਹਾ ਕਿ ਅਸੀਂ ਥੋੜਾ ਜਿਹਾ ਨਰਮ ਕਰੀਏ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਉਹ ਐਲਬਮ ਨੇ ਇੰਨੀ ਦੇਰ ਲੱਗੀ ਕਿ ਮੇਰੇ ਪਹਿਲੇ ਥੋੜੇ ਜਿਹੇ ਚਿੱਟੇ ਵਾਲ ਸੀ ਹੁਣ ਬਹੁਤੇ ਹੋ ਗਏ ਤੇ ਹੁਣ ਮੈਂ ਸੋਚ ਰਿਹਾ ਕਿ ਮੈਂ ਮਜ਼ੀਦ ਇਹਨਾਂ ਨੂੰ ਕੁਛ ਲਾ ਕੇ ਕਾਲਾ ਕਰਾਂ ਅਗਰ ਮੈਂ ਨੈਕਸਟ ਐਲਬਮ ਦੁਬਾਰਾ ਕਰ ਲੈਣਾ तो मेरे लगता मेरी फिनरल तक गया और ज्यादा पॉपुलर होगी रफाकत अली खान साहब आप नहीं और तो ये और मैं ऐसा करके पिया हूँ तेरी एल्बम रिलीज हो गई भी चल भी शाबाश उठ प्रोग्राम एक रफाकत अली खान साहब वेलकम टू द कमर्शियल वर्ल्ड ਇਹਦੇ ਵਿੱਚ ਆਣ ਕੇ ਤੁਹਾਨੂੰ ਥੋੜੀ ਜਿਹੀ ਜ਼ਰੂਰ ਦਰਦ ਵੀ ਮਹਿਸੂਸ ਹੁੰਦਾ ਹੋਵੇਗਾ ਫਰਸਟ੍ਰੇਸ਼ਨ ਵੀ ਮਹਿਸੂਸ ਹੁੰਦਾ ਹੋਵੇਗਾ क्योंकि 2 साल कोई 2 दिन नहीं 2 महीने नहीं 2 हफ्ते नहीं 2 साल माय गॉड ਜਿਹੜੀ ਮੋਮੈਂਟਮ ਉਸ ਚੀਜ਼ ਦੀ ਉਹ ਚਲੇ ਜਾਂਦੀ ਹੈ ਚਾਹ ਜਿਹਾ ਬੋਡੀ ਭੁੱਲ ਜਾਂਦੀ ਜੇ 2 ਸਾਲ ਨਾ ਮਿਲੋ ਕਹਿੰਦੀ ਤੂੰ ਕੌਣ ਹੈ ਅੱਛਾ ਇਹ ਹੋਇਆ ਫਿਰ ਤਾਂ ਚਲੋ ਠੀਕ ਫਿਰ ਤਾਂ ਠੀਕ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਯਾਰ ਰਫਾਕ ਸਾਹਿਬ ਮੈਂ ਆਬਵੀਅਸਲੀ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦਾ ਪਰ ਕੁਝ ਸੁਣਾਓ ਐਸੀ ਚੀਜ਼ ਥੋੜੀ ਉਸ ਤੋਂ ਬਾਅਦ ਮੈਂ ਤੁਹਾਡੇ ਵੱਲ ਫੇਰ ਆਵਾਂਗਾ ਕਿਉਂਕਿ ਮੇਰਾ ਬੜਾ ਸੁਣਨ ਨੂੰ ਦਿਲ ਕਰਦਾ ਤੁਸੀਂ ਮੈਂ ਐਸੀ ਚੀਜ਼ 3-4 ਕੌਨਸਰਟ ਕੀਤੇ ਮੈਂ ਪਹਿਲੇ ਵੀ ਕਹਿੰਦੇ ਸੀ ਔਰ ਦੂਸਰਾ ਮੈਂ ਇੱਥੇ ਆਉਣ ਵਾਸਤੇ ਫਿਰ ਸਾਰੀ ਰਾਤ ਤੋਂ ਜਾਗ ਰਿਹਾ ਆਮ ਸੌਰੀ ਮੈਂ ਫਰਮ ਲੰਡਨ ਧੰਨਵਾਦ ਥੈਂਕ ਯੂ ਤੁਹਾਡਾ ਤੇ ਉਹ ਫਿਰ ਬਾਜਾ ਵੀ ਨਹੀਂ ਮੇਰੇ ਕੋਲ ਲੇਕਿਨ ਮੈਂ ਤੁਹਾਨੂੰ ਨਾ ਨਹੀਂ ਕਰਾਂਗਾ ਜੀ ਕਿਉਂਕਿ ਦਰਸ਼ਕਾਂ ਨੇ ਸੁਣਨਾ ਕਹਿਣੀ ਗੱਲਾਂ ਨਹੀਂ ਕਰਦਾ ਤੇ ਗੁੰਦਾ ਨਹੀਂ ਬਹੁਤ ਸੁਣਾਓ ਕੁਝ ਪਲੀਜ਼ रो रो में वाट निहारा साबल मोड़ मुहार तत्ती रो रो में हाय वाट निहारा ये साडा सिग्नेचर भी है फैमिली दा साबल मोड़ मुहार मुहार मन 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 का पीर मनावा मुल्ला कोण तवीज लिखावा मैं ते कर दिया जतन हजारा सावल मोड़ मुहारा हर वेले तांगा यार दिया ते मैं बैठी काग उड़ावा फला पावा अते कासिद बेजा मैं ते थी गई हाल बीमारा सावल मोड़ मुहारा एक बार काफी सुन के मदन मोहन ने गाना बनाया सी तुम जो मिल गए हो तो ये लगता है ये जगह मिल गया we'll be back after this break लेकिन है कि ऑर्केस्ट्रा ਦੇ ਨਾਲ ਜਿਹੜਾ ਦੌਰ ਸੀ ਉਦੋਂ ਕਿ ਰੈਸਲਾਂ ਬਹੁਤ ਹੁੰਦੀਆਂ ਸੀ ਹੁਣ ਤੇ ਕਹਿੰਦੇ ਯਾਰ ਤੇਰਾ ਗਾਣਾ ਤੇਰਾ ਡਬਿੰਗ ਕਰਨੀ ਕਮ ਟੂ ਦ ਸਟੂਡੀਓ ਕੁਇਕਲੀ ਤੁਸੀਂ ਆਏ ਤੋਂ ਪਹਿਲੀ ਲਾਈਨ ਦਿਓ ਜੀ ਇਹਨੂੰ ਮੈਂ ਕਹਿੰਦਾ ਕਿ ਜੀ this and that ਜੀ ਹੁਣ ਮੈਂ ਕਹਿੰਦਾ ਉਹਨੂੰ very nice it's good little bit note is going high and ਥੋੜਾ ਜਿਹਾ it's very nice ਜੀ ਲੇਕਿਨ ਇੰਨਾ ਨਹੀਂ ਹੋਣਾ ਚਾਹੀਦਾ ਇੰਨੀ ਹੈਲਪ ਨਹੀਂ ਲੈਣੀ ਚਾਹੀਦੀ ਆਰਟਿਸਟ ਦੀ ਆਪਣੀ ਵੀ ਇੱਕ ਕੈਪੇਬਿਲਿਟੀ ਹੁੰਦੀ ਜੀ ਉਹਨੂੰ ਵੈਰੀ ਬੰਨਣਾ ਨਹੀਂ ਚਾਹੀਦਾ ਲੇਕਿਨ ਮੈਂ ਜਿਹੜੇ ਟਰੈਕ ਕੀਤੇ ਮੈਂ 3 ਮਿੰਟ ਚ ਦਿੱਤੇ ਉਹਨਾਂ ਟਰੈਕ 3-4 ਮਿੰਟ ਦੇ ਅੰਦਰ ਮੈਂ ਦਿੱਤੇ ਉਹਨੇ ਕਿ ਫ੍ਰੀ ਸਟਾਈਲ ਸਿੰਗਿੰਗ ਕਰੋ ਰਹਿਮਾਨ ਸਾਹਿਬ ਵੀ ਇਹੀ ਕਰਦੇ ਨੇ ਹਾਂ ਜਿਹੜੇ ਏ ਰਹਿਮਾਨ ਜੀ ਉਹ ਕੀ ਕਰਦੇ ਨੇ ਉਹ ਆਰਟਿਸਟ ਨੂੰ ਬੁਲਾਉਂਦੇ ਨੇ ਕਹਿੰਦੇ ਕਿ ਇਹ ਗਾਣਾ ਹੈ ਇਹਨੂੰ ਤੂੰ ਆਪਣੀ ਮਰਜ਼ੀ ਨਾਲ ਗਾ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੂੰ ਕੱਟ ਕਰਕੇ ਉਹਨੂੰ ਜੋੜ ਕੇ ਹਾਂ ਤੇ ਉਹਨੇ ਜਦੋਂ ਆਰਟਿਸਟ ਦੀ ਕ੍ਰੀਏਟੀਵਿਟੀ ਉਹਦੀ ਕ੍ਰੀਏਟੀਵਿਟੀ ਵੀ ਆ ਜਾਂਦੀ ਹੈ ਉਹਦਾ ਇੱਕ ਸਟਾਈਲ ਹੁੰਦਾ ਦੇਖੋ ਜੀ ਮੇਰਾ ਇੱਕ ਜਨਰ ਹੈਗਾ ਕੰਮ ਕਰਨ ਦਾ ਜਿਹੜਾ ਵੀ ਮੈਂ ਜਦੋਂ 뮤직 ਦੱਸਣ ਜਾਂਦਾ ਨਾ ਕਿਸੇ ਵੀ ਯੂਨੀਵਰਸਿਟੀ ਚ ਕਿਸੇ ਕਾਲਜ ਦੇ ਵਿੱਚ ਉੱਥੇ ਮੈਂ ਸਾਰੇ ਸਟੂਡੈਂਟਸ ਨੂੰ ਕਹਿੰਦਾ ਵੀ ਗਾਣਾ ਸੁਣ ਪਹਿਲੇ ਕਿਸੇ ਦੀ ਕੁੜੀ ਦਾ ਫੋਕ ਅਗਰ ਆਵਾਜ਼ ਆ ਕਿਸੇ ਦੀ ਗਜ਼ਲ ਅਗਰ ਆਵਾਜ਼ ਆ ਕਿਸੇ ਦੇ ਭੰਗੜੇ ਅਗਰ ਆਵਾਜ਼ ਆ ਤੇ ਉਹਨੂੰ ਉਸ ਤਰ੍ਹਾਂ ਟੀਚ ਕਰਨਾ ਨਾ ਜਦੋਂ ਉਹਦਾ ਇੰਟਰਸਟ ਹੈਗਾ ਜੀ ਜੀ ਉਹਦੇ ਜਨਰਾਂ ਚ ਜਾ ਕੇ ਜੀ ਅੱਛਾ ਸੈਕੰਡਲੀ ਜਿਹੜੇ ਪੁਰਾਣੇ ਸਟੂਡੀਓ ਸੀ ਉਹ 12-12 14 ਦਿਨ ਰਿਆਜ਼ ਹੁੰਦਾ ਸੀ ਉਹਨਾਂ ਦਾ ਜ਼ਿਕਰ ਦੇਖੋ ਉਹ ਬਸੰਤੇ ਪਵਨ ਪਾਗ ਨਾ ਜਾ ਰੇ ਨਾ ਜਾ ਹੁਣ ਇਹ ਗਾਣ ਵਾਸਤੇ ਤੇ 2 ਦਿਨ ਤੇ ਚਾਹੀਦੇ ਯਾਦ ਕਰਨ ਵਾਸਤੇ ਜੀ ਜੀ ਅੱਜ ਕੱਲ ਲੋਕ ਕਹਿੰਦੇ ਆ ਵੀ ਜੱਟਕਿਆਂ ਕੋ ਸ਼ੁਰੂ ਹੋ ਜਾ ਤੂੰ ਮੱਝਾਂ ਬੰਨ ਕੇ ਤੇ ਮਾਇਕ ਅੱਗੇ ਨਹੀਂ ਖੜੇ ਹੁੰਦੇ ਨੇ ਦੁੱਧ ਪੀਤਾ ਚਲੋ ਜੀ ਦੇਖੀ ਜਾਏਗੀ ਰਫਾਕਤ ਸਾਹਿਬ ਪਾਕਿਸਤਾਨ ਦੇ ਤੁਸੀਂ ਆਰਟਿਸਟ ਹੋ ਚਲੋ ਐਕਚੁਅਲੀ ਨਹੀਂ ਗੁਸਤਾਖੀ ਮਾਫ ਆਰਟਿਸਟ ਤੁਸੀਂ ਸਾਰਿਆਂ ਦੇ ਹੋ ਸਭ ਦੇ ਆਰਟਿਸਟ ਹੋ ਪਰ ਅਸੀਂ ਪਾਕਿਸਤਾਨ ਦੇ ਵਿੱਚੋਂ ਆਣ ਕੇ ਆਰਟਿਸਟ ਸਾਰਿਆਂ ਦੇ ਹਾਂ ਗੁਸਤਾਖੀ ਮਾਫ ਤੁਸੀਂ ਪਾਕਿਸਤਾਨ ਦੇ ਵਿੱਚ ਬਾਲੀਵੁੱਡ ਦੇ ਵਿੱਚ ਆਬਵੀਅਸਲੀ ਤੁਹਾਡੇ ਪਲੇਬੈਕ ਸਿੰਗਰ ਚੱਲਦੇ ਉਹ ਥੋੜੇ ਜਿਹਾ ਟ੍ਰਾਂਜੀਸ਼ਨ ਦੱਸੋ ਕਿ
ਕਿਹੋ ਜਿਹਾ ਲੱਗੇ, ਕਿਉਂਕਿ ਇਸ ਤੋਂ ਪਹਿਲਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਉਹਨਾਂ ਦਾ ਬੜਾ ਸੀ, ਇਹ ਟ੍ਰਾਂਜੀਸ਼ਨ ਦੱਸੋ ਕਿ ਥੋੜਾ ਜਿਹਾ ਕਿਹੋ ਜੀ ਇੰਡਸਟਰੀ ਕੈਸੀ ਕਿੱਦਾਂ ਦੀ ਲੱਗ ਰਹੀ? ਇੰਡਸਟਰੀ ਤੇ ਬਹੁਤ ਵੱਡੀ ਹੈ ਜੀ, 100 ਕਰੋੜ ਦੀ ਆਬਾਦੀ, 150 ਕਰੋੜ ਦੀ ਆਬਾਦੀ ਹੈ, ਔਰ ਉਹਦੇ ਵਿੱਚ ਪਾਕਿਸਤਾਨੀਆਂ ਨੂੰ ਮੈਂ ਸਮਝਦਾ ਕਿ ਕ੍ਰੈਡਿਟ ਗੋਜ਼ ਟੂ ਮਹੇਸ਼ ਭੱਟ ਜੀ, ਉਹਨੇ ਪਾਕਿਸਤਾਨੀ ਆਰਟਿਸਟਾਂ ਨੂੰ ਐਗਜ਼ਿਟ ਦਿੱਤਾ ਉਸ ਜੀ, ਉਹਨੇ ਹਿੰਦੁਸਤਾਨ 'ਚ ਕੋਈ ਕਮੀ ਨਹੀਂ ਫਨਕਾਰਾਂ ਦੀ। ਇਹ ਬਿਲਕੁਲ ਗਲਤ ਗੱਲ ਹੈਗੀ ਕਿ ਪਾਕਿਸਤਾਨ 'ਚ ਜ਼ਿਆਦਾ ਚੰਗੇ ਫਨਕਾਰ ਨੇ ਤੇ ਹਿੰਦੁਸਤਾਨ 'ਚ ਇਸ ਤਰ੍ਹਾਂ ਨਹੀਂ ਹੁੰਦਾ, ਉੱਥੇ ਵੀ ਉਹਨੇ ਚੰਗੇ ਆਰਟਿਸਟ ਨੇ, ਲੇਕਿਨ ਪਾਕਿਸਤਾਨ 'ਚ ਕੀ ਇੰਟਰੈਕਸ਼ਨ ਹੈਗੀ ਹੈ ਕ੍ਰਾਸ ਦ ਬਾਰਡਰ ਜੀ, ਉਹ ਜਦੋਂ ਆਉਂਦੀ ਹੈ ਇੰਟਰੈਕਸ਼ਨ ਤੇ ਉਹ ਲੋਕ ਜ਼ਿਆਦਾ ਔਨ ਕਰਦੇ। ਅਸੀਂ ਗਏ ਹਾਂ ਤੇ ਥੋੜਾ ਜਿਹਾ ਡਿਫਰੈਂਟ ਸਟਾਈਲ ਦੇ, ਕਿਉਂਕਿ last 50 and 60 years people are listening, Lata Mangeshkar, Asha ji, these are all teachers, ustad, biggest people, Mehdi Hasan, Noor Jan, everybody, they all सुन रहे थे, लेकिन कोई चेंज जे कुमार सानू भी 10 साल करता रहा तो भी हे ला 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 ऐ करता रहे, कुछ ना कहो ऐ करता रहे, लेकिन उन्हें ऐ नहीं किया, मेरे मस्त मस्त एक नहीं किया, नवी आवाज उच्ची आवाज में सुखविंदर सिंह ने चेंज लेके आया, जसविंदर नरोला एक चेंज लेके आई, ਉਹਦੇ ਵਿੱਚ ਮੈਂ ਚੇਂਜ ਦੇ ਵਿੱਚ ਰੂਪ ਕੁਮਾਰ ਰਠੌਰ ਇੱਕ ਚੇਂਜ ਲੈ ਕੇ ਆਇਆ, ਕੋਈ ਉਹਨਾਂ 'ਚ ਕੋਈ ਕਿਸ਼ੋਰ ਕੁਮਾਰ ਨਹੀਂ ਹੈਗਾ, ਉਹਨਾਂ 'ਚ ਕੋਈ ਰਫੀ ਨਹੀਂ ਹੈਗਾ, they have their own style, different style ਹੈ, they have their own style to do different kind of music। ਉਹ 'ਚ ਜਿਹੜੇ 뮤직 ਡਾਇਰੈਕਟਰ ਵੀ ਆਏ ਉਹ ਵੀ ਤੇਜ਼ ਤਰਾਜ਼ ਦੇ ਸ਼ੰਕਰ ਮਾਲੀ ਜੀ, one of my favorite ਜੀ ਜੀ ਜੀ, ਤੇ ਜੇ ਤੁਸੀਂ ਸੁਣੋ ਉਹਨੂੰ with a different style of ghazals, ਹਰੀਹਰਨ ਨੂੰ ਕਦੀ ਵਾਲ ਇਸ ਤਰ੍ਹਾਂ ਹੋ ਜਾਂਦੇ ਨੇ, ਕਦੀ ਦਾੜੀ ਇੰਜ ਹੋ ਜਾਂਦੀ, ਕਦੀ ਬਾਜੇ ਤੇ ਪੈ ਜਾਂਦੇ, ਕਦੀ ਖੜੇ ਹੋ ਜਾਂਦੇ ਨੇ ਜੀ, ਕਦੀ ਤੂਈਰੇ ਤੇਜ਼ ਗਾਉਣ, ਦਿਸ ਇਜ਼ ਸਟਾਈਲ ਅੱਜ ਕੱਲ ਦੇ ਦੌਰ ਦੀ ਡਿਮਾਂਡ ਹੈਗੀ। ਹਾਂਜੀ ਹਾਂਜੀ, ਤੇ ਉਹ ਮੈਂ ਜਦੋਂ ਬਾਲੀਵੁੱਡ ਤੇ ਗਿਆ ਤੇ ਮੈਂ ਉੱਥੇ ਜਾ ਕੇ ਕਲਾਸੀਕਲ ਹੀ ਸੁਣਾਇਆ ਸੀ, ਕਲਾਸੀਕਲ ਤੋਂ ਬਾਅਦ ਸੂਫੀ ਮਿਊਜ਼ਿਕ, ਹਾਂਜੀ ਕਵਾਲੀ ਕਾਈਂਡ ਆਫ ਥਿੰਗਸ, ਤੇ ਉੱਥੇ ਰਾਕੇਸ਼ ਰੋਸ਼ਨ ਬੈਠੇ ਸੀ, ਕਾਫੀ ਵੱਡੇ ਵੱਡੇ ਲੋਕ ਬੈਠੇ, ਜਤਿੰਦਰ ਦੇ ਘਰ ਪ੍ਰੋਗਰਾਮ ਹੋਇਆ ਜੀ ਜੀ, ਮੇਰੇ ਕੋਲ ਦੀ ਫੁਟੇਜ ਵੀ ਹੈ, ਤੇ ਉਹ ਉਹਨਾਂ ਨੇ ਕਿਹਾ ਓ ਮਾਈ ਗॉड ਅਮੇਜ਼ਿੰਗ ਸਿੰਗਿੰਗ, वो मैंने अपने स्टूडियो च ले गए, मैं अलका ने गाना गाया, वो कृष्ण का गाना सी, मैं हूँ वो आसम और तुम हो, ये टिपिकल बॉडी जी जी, और ये आपका गीत है, मेरा गीत जी जी, तो वो जो उस तो बाद फिर मैं महेश भट्ट मेरी मुलाकात हुई, मेरा वन ऑफ माय फेवरेट एंड वन ऑफ द ऑल टाइम हिट मेरा गाना है मौला मौलाना मेरा इश्क भी तू, मेरा यार भी तू, मेरा दीन भी तू, ईमान भी तू, मेरा जिस्म, मेरा यानी माइंड मेरा, मेरा जिस्म भी तू, मेरी रूह भी तू, मेरी दिलड़ी भी तू, जिंद जान भी तू, ओ मेरे मौला मौला। So this is one of my hits. Wow. Amazing। मैं sorry मेरे क्वेश्चन पहुंच जाता क्योंकि मुझे लगता है मैं ਤੁਹਾਨੂੰ ਤੁਹਾਡੀ ਆਵਾਜ਼ ਸੁਣੀ ਜਾਵਾਂ, ਤੁਹਾਡੇ ਗੀਤ ਸੁਣੀ ਜਾਵਾਂ। ਤੁਸੀਂ ਮਨ ਸਿਰਫ ਕਿਸੇ ਗਾਣੇ ਵਾਸਤੇ ਬੁਲਾਓ, ਇਸ ਮਿਊਜ਼ਿਕ ਰੱਖते ना, I think so, I think आप बैठ के अपना बैठ के महफिल करिए, महफिल आइए, मैं ऐसे ही बैठ रहांगे, थੱਲੇ नहीं बैठाਂਗੇ, ਥੱਲੇ ਬੈਠਾਂਗੇ ਹੋਰ ਤਾਂ ਥੱਲੇ ਬਿਠਾ ਰਹੇ ਨਹੀਂ ਨਹੀਂ, ਅਸੀਂ ਤੁਹਾਡੇ ਨਾਲ ਥੱਲੇ ਬੈਠਾਂਗੇ ਤਾਂ ਅਸੀਂ ਹੋਰ ਚੱਕ ਹੋਰ ਤੁਸੀਂ ਅਸੀਂ ਹੋਰ ਤੁਹਾਡੀ ਸੰਗਤ ਕਰਾਂਗੇ, ਹੋਰ ਸਕਾਂਗੇ, ਆਪਣੇ ਸ਼ੋਅ ਨੂੰ ਇਸ ਤਰ੍ਹਾਂ ਨਹੀਂ ਕਰੋ ਕਿ ਇੱਕ ਆਰਟਿਸਟ ਬੁਲਾਓ, ਉਹਦੀ ਜਿਹੜੀ ਕੈਪੇਬਿਲਿਟੀ ਹੈ ਜੀ ਜੀ, ਉਹਦੇ ਮਿਊਜ਼ੀਸ਼ੀਅਨਾਂ ਦੇ ਨਾਲ ਜੀ ਜੀ, ਉਹ ਵਿਖਾਓ ਲੋਕਾਂ ਨੂੰ ਕਿ ਇਹ ਕਮਰੇ ਦੇ ਪਿੱਛੇ ਜਿਹੜਾ ਗਾਣਾ ਗਾਉਂਦੇ ਨੇ ਇਹ ਵਰਲਡ ਵਾਈਡ ਕਿ ਮੇਰੀ ਦਾ ਕਵਾਰਾ ਕੀਜੇ ਚਾਂਦ ਸੇ ਚਿਹਰੇ ਕਸਰਤ ਕਾ ਵੀ ਬੁਤਾਰਾ ਕੀਜੇ ਵੀ ਬੁਤਾਰਾ राहत अली खान साहब, my prayers sir, my prayers, sorry मेरा गला ठीक नहीं, नहीं आपका गला बहुत अच्छा है, आपका गला बहुत अच्छा है, मैं आपको जाने नहीं दूंगा, कुछ सुन के कुछ क्लासिकल सुनूंगा उससे पहले, पर मैं कहना चाहता हूं आपका बहुत धन्यवाद, शुक्रिया ਤੁਸੀਂ ਇੱਥੇ ਆਏ, ਸਾਡੇ ਸਟੂਡੀਓ ਦੇ ਵਿੱਚ ਆਏ, ਔਰ ਜਿਨ੍ਹਾਂ ਹੱਥਾਂ ਨੇ ਇਸਲਾਮਤ ਅਲੀ ਖਾਨ, ਨਜ਼ਾਕਤ ਅਲੀ ਖਾਨ ਸਾਹਿਬ ਨੂੰ ਸ਼ੁਇਆ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠਣ ਦਾ, ਸੋ ਸੰਗੀਤ ਤੁਹਾਡਾ ਸਦਾ ਹੀ ਬਰਕਰਾਰ ਰਹੇ, ਔਰ ਜਾਣ ਤੋਂ ਪਹਿਲਾਂ ਪਲੀਜ਼ ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੋਈ ਵੀ ਸੈਮੀ ਕਲਾਸਿਕਲ, ਕੋਈ ਵੀ ਬੰਦਿਸ਼ ਸਾਨੂੰ ਜ਼ਰੂਰ ਕੁਝ ਨਾ ਕੁਝ ਸਾਡੀ ਝੋਲੀ ਦੇ ਵਿੱਚ ਪਾ ਕੇ ਜਾਓ। ਜੀ ਜੀ, ਮੈਂ ਮੀਆਂ ਕੀ ਬਲਾਰ ਦੀ ਬੰਦਿਸ਼ ਮੈਂ ਪੇਸ਼ ਕਰਨਾ। ਉਮੜੇ ਗਨੇ ਗੁਮੜੇ ਬਰਸਦ ਬਰਕਾਰਤ ਗਾਈ ਨਦੇ ਨਾਮ ਨੀਰ ਬਰਨ ਉਹ ਮਗਰ ਗਾਈ, दादर बाबा पपियारा बोले, दादर बाबा पपियारा बो चमकती है बेदरिया कहता सदा रंग राग शुद्ध मलार खाए, उमड़ गन घुमड़ बरसत बरखा रुत गागे।